स्वागत ਗੱਲਾਂ ਤੇ ਕੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਮੈਂ ਹਾਂ ਪਰਮਪੀਰ। ਹਰ ਰੋਜ਼ ਤੁਸੀਂ ਉਡੀਕਦੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਔਰ ਹਰ ਰੋਜ਼ ਅਸੀਂ ਇੱਕ ਨਵਾਂ ਵਿਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਅੱਜ ਦਾ ਵਿਸ਼ਾ ਬੇहद ਖਾਸ ਹੋਏਗਾ ਲੜਕੀਆਂ ਦੇ ਲਈ, ਬਹੁਤ ਲਾਹੇਵੰਦ ਹੋਏਗਾ ਲੜਕੀਆਂ ਲਈ ਅੱਜ ਦਾ ਪ੍ਰੋਗਰਾਮ। ਜੇ ਗੱਲ ਕਰਦੇ ਹਾਂ ਕਿਸੇ ਸਮੇਂ ਦੀ, ਤੇ ਇੱਕ ਸਮਾਂ ਸੀ ਜਦੋਂ ਮਾਂ-ਬਾਪ ਲੜਕੀਆਂ ਨੂੰ ਸਿਰਫ ਇਸ ਕਰਕੇ ਪੜ੍ਹਾਉਂਦੇ ਸੀ ਕਿ ਇਹਨਾਂ ਦਾ ਵਿਆਹ ਜਿਹੜਾ ਹੈ ਚੰਗੇ ਘਰ ਹੋ ਸਕੇ, ਇਹਨਾਂ ਨੂੰ ਪੜ੍ਹਿਆ ਲਿਖਿਆ ਮੁੰਡਾ ਮਿਲ ਸਕੇ। ਪਰ ਅੱਜ ਸਮਾਜ ਦੀ ਸੋਚ ਬਿਲਕੁਲ ਬਦਲ ਗਈ ਹੈ। ਅੱਜ ਮਾਂ-ਬਾਪ ਜਾਗਰੂਕ ਨੇ। ਉਹ ਅੱਜ ਆਪਣੀ ਲੜਕੀ ਨੂੰ ਇਸ ਕਰਕੇ ਪੜ੍ਹਾਉਂਦੇ ਆ ਕਿ ਉਹ ਆਉਣ ਵਾਲੇ ਸਮੇਂ 'ਚ ਰੁਜ਼ਗਾਰ ਪ੍ਰਾਪਤ ਕਰ ਸਕੇ, ਆਪਣੇ ਪੈਰਾਂ 'ਤੇ ਖੜੀ ਹੋ ਸਕੇ। ਔਰ ਲੜਕੀਆਂ ਵੀ ਇਸ ਲਈ ਪੂਰੀਆਂ ਜਾਗਰੂਕ ਨੇ। ਔਰ ਜਿਹੜੀ ਕਾਲਜਿਸ ਨੇ, ਯੂਨੀਵਰਸਿਟੀਜ਼ ਨੇ, ਉਹ ਵੀ ਬਹੁਤ ਸਾਰੇ ਉਪਰਾਲੇ ਕਰ ਰਹੀਆਂ, ਜਿਨ੍ਹਾਂ ਨੂੰ ਜਿਹੜੀਆਂ ਲੜਕੀਆਂ ਉਹਨਾਂ ਨੂੰ ਕਾਲਜ ਯੂਨੀਵਰਸਿਟੀਜ਼ ਵੱਲੋਂ ਵੀ ਕਾਫੀ ਮਦਦ ਪ੍ਰਾਪਤ ਹੋ ਰਹੀ ਹੈ। ਉਹਨਾਂ ਵਿੱਚੋਂ ਇੱਕ ਹੈ ਜੀ ਕਿੱਤਾ ਮੁਖੀ ਕੋਰਸ, ਜਿਹੜੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਔਰ ਯੂਨੀਵਰਸਿਟੀਜ਼ ਦੇ ਵਿੱਚ ਕਰਵਾਏ ਜਾਂਦੇ ਨੇ। ਉਸੇ ਬਾਰੇ ਅਸੀਂ ਅੱਜ ਗੱਲਬਾਤ ਕਰਨੀ ਹੈ। ਕੀ ਨੇ ਇਹ ਕਿੱਤਾ ਮੁਖੀ ਕੋਰਸ ਔਰ ਕਿਹੜੇ ਕੋਰਸ ਨੇ ਔਰ ਕਿੰਨੇ ਲਾਹੇਵੰਦ ਨੇ ਲੜਕੀਆਂ ਵਾਸਤੇ, ਕੀ ਇਹਦਾ ਫੀਸ ਸਟਰਕਚਰ ਹੈ, ਸਭ ਗੱਲਾਂ ਬਾਤਾਂ ਹੋਏਗੀਆਂ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਔਰ ਖਾਸ ਮਹਿਮਾਨ ਜਿਹੜੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾ ਦਿੰਦੇ ਹਾਂ। ਜਿਹੜੀ ਅਸੀਂ ਜਾਣਕਾਰੀ ਲੈਣੀ ਹੈ ਆਪਣੇ ਖਾਸ ਮਹਿਮਾਨ ਤੋਂ, ਇਸ ਬਾਬਤ ਸਾਡੇ ਕੋਲ ਪਹੁੰਚੇ ਨੇ ਡਾਕਟਰ ਨਵਜੋਤ ਕੌਰ ਜੀ, ਜੋ ਕਿ ਪ੍ਰਿੰਸੀਪਲ ਨੇ ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ ਤੋਂ। ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ। ਸ਼ੁਕਰੀਆ ਬਹੁਤ ਬਹੁਤ ਜੀ। ਕਿੱਤਾ ਮੁਖੀ ਕੋਰਸ ਲੜਕੀਆਂ ਦੇ ਲਈ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਲੜਕੀਆਂ ਦੀ ਜ਼ਿੰਦਗੀ ਦੇ ਵਿੱਚ ਸਿੱਖਿਆ ਦਾ ਕੀ ਮਹੱਤਵ ਹੈ? ਦੇਖੋ, ਲੜਕੀਆਂ ਦੀ ਜ਼ਿੰਦਗੀ ਦੇ ਵਿੱਚ ਸਿੱਖਿਆ ਓਨੀ ਮਹੱਤਵਪੂਰਨ ਹੈ ਜਿੰਨੀ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਸਿੱਖਿਆ ਇੰਪੋਰਟੈਂਟ ਹੈ ਜੀ। ਕਿਉਂਕਿ ਇੱਕ ਚੰਗੇ ਇਨਸਾਨ ਬਣਨ ਦੇ ਲਈ, ਚਾਹੇ ਉਹ ਮਰਦ ਹੋਵੇ ਚਾਹੇ ਔਰਤ ਹੋਵੇ, ਸਿੱਖਿਆ ਦਾ ਇੱਕ ਅਹਿਮ ਰੋਲ ਹੁੰਦਾ ਆ। ਔਰ ਸਿੱਖਿਆ ਸਾਨੂੰ ਸਮਾਜ ਦੀ ਸੋਝੀ ਦਿੰਦੀ ਹੈ, ਜ਼ਿੰਦਗੀ ਦੇ ਵਿਸ਼ਾਲ ਅਨੁਭਵ ਨੂੰ ਅਸੀਂ ਸਮਝ ਸਕਦੇ ਹਾਂ ਸਿੱਖਿਅਕ ਹੋ ਕੇ, ਬੌਧਿਕ ਵਿਕਾਸ ਹੁੰਦਾ ਸਾਡਾ। ਔਰ ਮੈਂ ਤਾਂ ਇਹ ਕਹਾਂਗੀ ਪਰਮਵੀਰ ਕਿ ਸਿੱਖਿਆ ਪ੍ਰਾਪਤ ਕਰਨਾ ਉਹ ਹੱਕ ਹੈ ਜਿਹੜਾ ਸਾਨੂੰ ਸਾਰੇ ਹੱਕਾਂ ਦੇ ਲਈ ਸੁਚੇਤ ਕਰਦਾ ਆ, ਔਰ ਅਸੀਂ ਸਾਰੇ ਹੱਕ ਪ੍ਰਾਪਤ ਕਰਨ ਦੇ ਕਾਬਲ ਹੁੰਦੇ ਹਾਂ। ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਤੁਸੀਂ ਹੁਣੇ ਕੀਤੀ, ਲੜਕੀਆਂ ਨੂੰ ਆਰਥਿਕ ਤੌਰ 'ਤੇ ਸਵੈ ਨਿਰਭਰ ਕਰਨ ਦੇ ਲਈ ਵੀ ਸਿੱਖਿਆ ਦਾ ਖਾਸ ਮਹੱਤਵ ਹੈ। ਔਰ ਇਹ ਪ੍ਰਸ਼ਨ ਇੱਥੋਂ ਹੀ ਪੈਦਾ ਹੋਇਆ ਕਿ ਸਾਲਾਂ ਦੇ ਸਾਲ, ਸਦੀਆਂ ਦੀਆਂ ਸਦੀਆਂ ਔਰਤ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਹੱਕ ਤੋਂ ਵਾਂਝਿਆ ਰੱਖਿਆ ਗਿਆ ਜੀ। ਪਰ ਹੁਣ ਤੁਸੀਂ ਹੁਣੇ ਦੱਸਿਆ ਜਿਸ ਤਰ੍ਹਾਂ ਕਿ ਗੁਣਾਤਮਕ ਤਬਦੀਲੀ ਆਈ ਹੈ। ਹੁਣ ਸਿਰਫ ਮੈਟਰੀਮੋਨੀਅਲ ਵੈਲਿਊ ਤੱਕ ਐਜੂਕੇਸ਼ਨ ਸੀਮਤ ਨਹੀਂ ਰਹਿ ਗਈ, ਹੁਣ ਕੁੜੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜੀਆਂ ਹੋ ਰਹੀਆਂ ਜੀ। ਤੇ ਜੇ ਆਪਾਂ ਕਹੀਏ ਕਿ ਲੜਕੀਆਂ ਵਾਸਤੇ ਕਿੰਨੇ ਕੁ ਦਰਵਾਜ਼ੇ ਜਿਹੜੇ ਆ ਖੁੱਲ੍ਹੇ ਆ, ਕਿਹੜੀਆਂ ਫੀਲਡਸ ਨੇ ਲੜਕੀਆਂ ਵਾਸਤੇ ਜਿਹਦੇ ਨਾਲ ਉਹ ਲੜਕੀਆਂ ਆਪਣੇ ਮਤਲਬ ਕਹਿ ਸਕਦੇ ਹਾਂ ਕਿ ਪੈਰਾਂ 'ਤੇ ਖੜੀਆਂ ਹੋ ਸਕਦੀਆਂ ਜਾਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਤਜਰਬਾ ਹਾਸਿਲ ਕਰ ਸਕਦੀਆਂ? ਕਿਹੜੇ ਫੀਲਡਸ ਨੇ, ਕਿਹੜੇ ਰਸਤੇ ਨੇ ਲੜਕੀਆਂ ਦੇ ਵਾਸਤੇ, ਉਹਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਦੇਖੋ, ਜੇ ਅਜੋਕੇ ਯੁੱਗ ਦੀ ਗੱਲ ਕਰੀਏ ਤੇ ਅੱਜ ਹਰ ਫੀਲਡ ਕੁੜੀਆਂ ਲਈ ਖੁੱਲ੍ਹਾ ਹੈ ਜੀ। ਅੱਜ ਤਾਂ ਦੇਖੋ, ਲੜਾਕੂ ਜਹਾਜ਼ ਉਡਾ ਰਹੀਆਂ ਕੁੜੀਆਂ, ਸਰਹੱਦਾਂ 'ਤੇ ਸਾਡੀ ਰਾਖੀ ਕਰ ਰਹੀਆਂ ਆ। ਹਰ ਫੀਲਡ ਦੇ ਲਈ ਉਹ ਪੂਰੀ ਤਰ੍ਹਾਂ ਸੁਚੇਤ ਨੇ। ਖਾਸ ਤੌਰ 'ਤੇ ਜਿਹੜੇ ਕਿੱਤਾ ਮੁਖੀ ਕੋਰਸਿਸ ਦੀ ਤੁਸੀਂ ਗੱਲ ਕੀਤੀ ਹੈ, ਕਿੱਤਾ ਮੁਖੀ ਕੋਰਸਿਸ ਕੁੜੀਆਂ ਨੂੰ ਕਿਸੇ ਖਾਸ ਕਿੱਤੇ ਦੇ ਵਿੱਚ ਨਿਪੁੰਨ ਕਰਨ ਦੇ ਲਈ ਜਿਹੜੇ ਹੈ ਉਹ ਫਰੇਮ ਕੀਤੇ ਗਏ ਆ। ਔਰ ਸਰਕਾਰ ਦਾ ਮਕਸਦ ਇਹੀ ਹੈ ਕਿ ਲੜਕੀਆਂ ਕਿਸੇ ਨਾ ਕਿਸੇ ਫੀਲਡ ਦੇ ਵਿੱਚ, ਜਿਹੜਾ ਉਹਨਾਂ ਦਾ ਮਨ ਚਾਹੁੰਦਾ ਫੀਲਡ ਹੈ, ਉਹਦੇ ਵਿੱਚ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿਣ। ਪ੍ਰੈਕਟੀਕਲ ਗਿਆਨ ਜਿਹੜਾ ਹੈ, ਪ੍ਰੈਕਟੀਕਲ ਐਜੂਕੇਸ਼ਨ ਜਿਹੜੀ ਹੈ ਉਹਨਾਂ ਨੂੰ ਦਿੱਤੀ ਜਾਵੇ, ਤਾਂ ਕਿ ਉਹ ਸਵੈ ਰੁਜ਼ਗਾਰ ਵੀ ਉੱਧਰ ਵੀ ਜਾ ਸਕਣ ਤੇ ਨੌਕਰੀਆਂ ਦੇ ਲਈ ਵੀ ਜਿਹੜੀ ਹੈ ਉਹਨਾਂ ਦੇ ਵਿੱਚ ਖਾਸ ਸਮਰੱਥਾ ਆਵੇ ਜੀ। ਤੇ ਇਹ ਕਿੱਤਾ ਮੁਖੀ ਕੋਰਸ ਜਿਹੜੇ ਆ ਉਹਦੇ ਬਾਰੇ ਅਸੀਂ ਜਾਣਾਂਗੇ ਵੀ ਕਿੰਨੇ ਤਰ੍ਹਾਂ ਦੇ ਕਿੱਤਾ ਮੁਖੀ ਕੋਰਸ ਹੁੰਦੇ ਨੇ, ਕਿਹੜੇ ਹੁੰਦੇ ਨੇ ਇਹ। ਕਿਉਂਕਿ ਸਾਡੀਆਂ ਜਿਹੜੀਆਂ ਲੜਕੀਆਂ ਉਹ ਦੇਖ ਰਹੀਆਂ, ਜਿਹੜੀਆਂ ਪੜ੍ਹਾਈ ਕਰ ਰਹੀਆਂ, ਨਾਰਮਲ ਕਹਿ ਸਕਦੇ ਹਾਂ BA ਕਰ ਰਹੀਆਂ ਜਾਂ ਫਿਰ ਮਾਸਟਰਸ ਕਰ ਰਹੀਆਂ, ਗ੍ਰੈਜੂਏਸ਼ਨ ਕਰ ਰਹੀਆਂ ਕਿਸੇ ਵੀ ਫੀਲਡ ਦੇ ਵਿੱਚ, ਉਹ ਸੋਚ ਰਹੀਆਂ ਨੇ ਕਿ ਇਹ ਕਿੱਤਾ ਮੁਖੀ ਕੋਰਸ ਕਿਹੜੇ ਨੇ, ਕਿਉਂਕਿ ਕਈ ਲੜਕੀਆਂ ਹਜੇ ਵੀ ਇਸ ਤੋਂ ਜਾਗਰੂਕ ਨਹੀਂ ਹੈ। ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਕਿ ਕੀ ਹੈ ਇਹ ਕਿੱਤਾ ਮੁਖੀ ਕੋਰਸ ਔਰ ਕਿਹੜੇ ਕੋਰਸਿਸ ਇਹਨਾਂ ਦੇ ਵਿੱਚ ਆਉਂਦੇ ਨੇ? ਦੇਖੋ, ਕਿੱਤਾ ਮੁਖੀ ਕੋਰਸ ਉਹੀ ਨੇ ਜਿਹੜੇ ਸਾਨੂੰ ਆਪਣੇ ਕਿੱਤੇ ਦੇ ਵਿੱਚ ਨਿਪੁੰਨ ਕਰਦੇ ਆ ਜੀ। ਔਰ ਹਰ ਫੀਲਡ ਦੇ ਵਿੱਚ ਇਸ ਵੇਲੇ ਕਿੱਤਾ ਮੁਖੀ ਕੋਰਸ ਜਿਹੜੇ ਉਹ ਪਏ ਆ। ਇਹ ਸਾਨੂੰ ਕਿਤਾਬੀ ਗਿਆਨ ਜਿਹੜਾ ਅਸੀਂ ਪ੍ਰਾਪਤ ਕਰਦੇ ਹਾਂ, ਉਹਨਾਂ ਨੂੰ ਜ਼ਿੰਦਗੀ 'ਚ ਤਮੀਰ ਕਰਨ ਦੇ ਗੁਰ ਸਿਖਾਉਂਦੇ ਆ ਅਸਲ ਦੇ ਵਿੱਚ। ਔਰ ਹਰ ਫੀਲਡ, ਜਿਵੇਂ ਮੈਂ ਦੱਸਿਆ, ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜੇ ਕਿਸੇ ਬੱਚੇ ਦਾ ਇੰਟਰਸਟ ਹੈ ਉਹਦੇ 'ਚ ਜਾ ਸਕਦਾ ਆ। ਜੇ ਇਨਵਾਇਰਮੈਂਟ 'ਚ ਕਿਸੇ ਦਾ ਇੰਟਰਸਟ ਹੈ ਉੱਧਰ ਜਾ ਸਕਦਾ ਆ।
ਨਰਸਿੰਗ ਦੇ ਫੀਲਡ ਦੇ ਵਿੱਚ ਵੀ ਬਹੁਤ ਸਾਰੇ ਕੋਰਸਿਸ ਹੈ ਜਿਹੜੇ ਕੁੜੀਆਂ ਦੇ ਲਈ ਖਾਸ ਤੌਰ ਤੇ ਫਰੇਮ ਕੀਤੇ ਗਏ ਆ, ਔਰ ਇਹ ਜਿਹੜੇ ਕੋਰਸਿਸ ਹੈ ਇਹ ਸਰਕਾਰ ਨੇ ਸ਼ਹਿਰ ਦੀਆਂ ਲੋੜਾਂ ਦੇ ਹਿਸਾਬ ਨਾਲ ਫਰੇਮ ਕੀਤੇ ਆ। ਇਹ ਕਿਹਾ ਗਿਆ ਆ UGC ਵੱਲੋਂ ਕਾਲਜਸ ਨੂੰ ਕਿ ਆਪਣੇ ਸ਼ਹਿਰ ਦੇ ਵਿੱਚ ਕਿਹੜੀ ਇੰਡਸਟਰੀ ਹੈ ਜਿਹੜੀ ਜ਼ਿਆਦਾ ਗਿਣਤੀ 'ਚ ਹੈ, ਉਹਦੇ ਹਿਸਾਬ ਦੇ ਨਾਲ ਤੁਸੀਂ ਕੋਰਸਿਸ ਨੂੰ ਆਪ ਫਰੇਮ ਕਰੋ, ਇੰਡਸਟਰੀ ਦੇ ਨਾਲ ਟਾਈ ਅਪ ਕਰੋ। ਕਿਤਾਬੀ ਗਿਆਨ ਕਾਲਜ ਦੇਗਾ, यूनिवर्सिटी देगी, और जी प्रैक्टिकल एजुकेशन है वो इंडस्ट्री देगी, और दोनों के तालमेल के नाल जिहड़ा है लड़कियां दे सुखावे भविख लई यतन कीते जाणगे। जी की तुसीं दस सकदे आ कि ये लिस्ट दस सकदे किहड़े-किहड़े कोर्सेज ने? ਇਹਦੇ ਵਿੱਚ 400-500 ਕੋਰਸਿਸ ਹੈਗੇ ਆ, ਉਹ ਬੱਚਿਆਂ ਦੇ ਆਪਣੇ ਇੰਟਰਸਟ ਦੇ ਹਿਸਾਬ ਨਾਲ। BVOC ਦਾ ਜੇ ਮੈਂ ਤੁਹਾਨੂੰ ਕਹਾਂ, ਇਹਦੀ ਖਾਸੀਅਤ ਹੈ ਪਰਮਵੀਰ ਇਹਨਾਂ ਕੋਰਸਿਸ ਦੀ ਇਹ ਕਿ ਜਿਸ ਤਰ੍ਹਾਂ ਅਸੀਂ ਗ੍ਰੈਜੂਏਸ਼ਨ ਕਰਦੇ ਹਾਂ ਵਿੱਚ ਛੱਡ ਦਿੰਦੇ ਹਾਂ ਤੇ ਸਾਨੂੰ ਡਿਗਰੀ ਨਹੀਂ ਮਿਲਦੀ। ਇਹਨਾਂ ਕੋਰਸਿਸ ਦੀ ਕੋਈ ਇਸ ਤਰ੍ਹਾਂ ਟਾਈਮ ਲਿਮਟ ਨਹੀਂ ਹੈ। ਜੇ 3 ਸਾਲ ਦੀ ਤੁਸੀਂ ਪੂਰਾ ਕੰਪਲੀਟ ਕਰਦੇ ਹੋ BVOC ਦਾ ਕੋਰਸ ਤੇ ਤੁਹਾਨੂੰ ਜਿਹੜੀ ਹੈ ਗ੍ਰੈਜੂਏਸ਼ਨ ਦੀ ਡਿਗਰੀ ਮਿਲਦੀ ਹੈ। ਜੇ ਤੁਸੀਂ 2 ਸਾਲ ਬਾਅਦ ਵਿੱਚ ਛੱਡਣਾ ਚਾਹੁੰਦੇ ਹੋ ਤੇ ਤੁਹਾਨੂੰ ਜਿਹੜਾ ਹੈ ਡਿਪਲੋਮਾ, ਸਪੈਸ਼ਲ ਡਿਪਲੋਮਾ ਜਿਹੜਾ ਹੈ ਉਹਦੀ ਡਿਗਰੀ ਮਿਲਦੀ ਹੈ। 1 ਸਾਲ ਦੇ ਲਈ ਵੀ ਡਿਪਲੋਮਾ ਕੋਰਸ ਦੀ ਡਿਗਰੀ ਮਿਲਦੀ ਹੈ। 6 ਮਹੀਨੇ ਬਾਅਦ ਜੇ ਤੁਸੀਂ ਛੱਡ ਦਿੰਦੇ ਹੋ ਤੇ ਡਿਪਲੋਮਾ ਸਰਟੀਫਿਕੇਟ ਜਿਹੜਾ ਹੈ ਤੁਹਾਨੂੰ ਮਿਲਦਾ ਹੈ। ਔਰ 10+2 ਤੋਂ ਬਾਅਦ ਕੋਈ ਵੀ ਬੱਚਾ ਜਿਹੜਾ ਹੈ ਉਹ ਕਿਸੇ ਵੀ ਫੀਲਡ ਦੇ ਵਿੱਚ ਜਾ ਸਕਦਾ ਆ, ਕਿਸੇ ਤਰ੍ਹਾਂ ਦੀ ਕੋਈ ਬੰਦਸ਼ ਨਹੀਂ ਹੈ। ਔਰ ਨਾਲ ਹੀ ਜਿਹੜਾ ਹੈ ਕਮਿਊਨਿਟੀ ਕਾਲਜ ਦੇ ਬਹੁਤ ਸਾਰੇ ਕੋਰਸਿਸ ਹੈ, ਉਹਨਾਂ ਦੀ ਮਿਆਦ ਹੀ 1 ਸਾਲ ਹੈ ਸਿਰਫ। ਔਰ ਉਹਨਾਂ ਦੀ ਖਾਸੀਅਤ ਇਹ ਹੈ ਕਿ ਤੁਸੀਂ ਪੜ੍ਹਾਈ ਆਪਣੀ ਕਰਦੇ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋ, ਤੁਸੀਂ ਪੋਸਟ ਗ੍ਰੈਜੂਏਸ਼ਨ ਕਰ ਰਹੇ ਹੋ, ਤੁਸੀਂ ਨਾਲ ਕਮਿਊਨਿਟੀ ਕਾਲਜ ਦੇ ਅੰਡਰ ਜਿਹੜੇ ਕੋਰਸਿਸ ਹੈ ਉਹਨਾਂ ਨੂੰ ਵੀ ਕਰ ਸਕਦੇ ਹੋ। ਔਰ ਇਹਨਾਂ ਦੀ ਫੰਡਿੰਗ ਜਿਹੜੀ ਹੈ ਉਹ ਪੂਰੀ ਦੀ ਪੂਰੀ ਗਵਰਨਮੈਂਟ ਵੱਲੋਂ ਹੁੰਦੀ ਹੈ। ਇਨਫਰਾਸਟ੍ਰਕਚਰ ਦੇ ਲਈ ਵੀ ਕਾਲਜਸ ਨੂੰ, ਯੂਨੀਵਰਸਿਟੀਜ਼ ਨੂੰ ਪੈਸਾ ਮਿਲਦਾ ਆ, ਇੱਥੋਂ ਤੱਕ ਕਿ ਟੀਚਰ ਨੂੰ ਤਨਖਾਹ ਦੇਣ ਲਈ ਵੀ ਪੈਸਾ ਆਉਂਦਾ, ਔਰ ਬੱਚਿਆਂ ਤੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਜਿਹੜੀ ਹੈ ਉਹ ਨਹੀਂ ਲਈ ਜਾਂਦੀ ਜੀ। ਔਰ ਜੇ ਆਪਾਂ ਗੱਲ ਕਰੀਏ ਕਿ ਯੋਗਤਾ, ਤੁਸੀਂ ਦੱਸਿਆ ਕਿ ਕੁਆਲੀਫਿਕੇਸ਼ਨ ਸਿਰਫ 10+2 ਚਾਹੀਦੀ ਹੈ, ਕਿ ਜਿੱਦਾਂ ਤੁਸੀਂ ਦੱਸਿਆ ਫੈਸ਼ਨ ਡਿਜ਼ਾਈਨਿੰਗ ਹੈ ਜਾਂ ਫਿਰ ਹੋਰ ਨਰਸਿੰਗ ਹੈ, ਹੋਰ ਕਾਸਮੈਟੋਲੋਜੀ ਨੇ, ਹੋਰ ਬਹੁਤ ਸਾਰੇ ਕੋਰਸਿਸ ਨੇ, ਉਹਨਾਂ ਵਿੱਚ ਜਾਣ ਵਾਸਤੇ ਕੋਈ ਖਾਸ ਯੋਗਤਾ ਪ੍ਰਾਪਤ ਹੋਣੀ ਚਾਹੀਦੀ ਹੈ ਜਾਂ ਫਿਰ ਕਿਸੇ ਵੀ ਫੀਲਡ ਦੇ ਵਿੱਚ ਬੱਚੇ ਨੇ +2 ਕੀਤੀ ਹੋਵੇ? ਨਹੀਂ, ਕਿਸੇ ਵੀ ਫੀਲਡ ਦੇ ਵਿੱਚ 10+2 ਕੀਤੀ ਹੋਵੇ, ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਲਿਮਟ ਨਹੀਂ ਹੈ ਕਿ ਬੱਚਿਆਂ ਨੂੰ ਸਾਇੰਸ ਵਾਲੇ ਜਾਂ ਆਰਟਸ ਵਾਲੇ ਜਾਂ ਕਾਮਰਸ ਵਾਲੇ। ਪਰ ਇਹ ਜ਼ਰੂਰ ਹੈ ਕਿ ਜਿੱਦਾਂ ਕਾਮਰਸ ਦਾ ਬੱਚਾ ਹੈ ਤੇ ਉਹਦੇ ਲਈ ਬਹੁਤ ਸਾਰੇ ਕਾਮਰਸ ਨਾਲ ਰਿਲੇਟਡ ਕੋਰਸਿਸ ਹੈਗੇ ਆ। ਕੰਪਿਊਟਰ ਦਾ ਸਟੂਡੈਂਟ ਹੈ ਤੇ ਕੰਪਿਊਟਰ ਨਾਲ ਰਿਲੇਟਡ ਹੈ, ਜਿਵੇਂ ਹਾਰਡਵੇਅਰ ਐਂਡ ਨੈਟਵਰਕਿੰਗ। ਕੁੜੀਆਂ ਜਿਹੜੀਆਂ ਕੰਪਿਊਟਰ ਦੀ ਰਿਪੇਅਰ ਕਰ ਰਹੀਆਂ ਆ, ਉਹ ਕੋਰਸਿਸ ਕਰਕੇ, ਮੇਰੇ ਆਪਣੇ ਕਾਲਜ ਦੇ ਵਿੱਚ ਇਸ ਤਰ੍ਹਾਂ ਦੇ ਕੋਰਸਿਸ ਹੈ। ਈਵਨ ਫੈਸ਼ਨ ਡਿਜ਼ਾਈਨਿੰਗ, ਬਿਊਟੀ ਐਂਡ ਵੈਲਨੈਸ ਦਾ ਜਿਹੜਾ ਕੋਰਸ ਹੈ, ਜਿਹੜੇ ਬੱਚੇ ਕਰ ਰਹੇ ਆ ਸਾਡੇ ਕੋਲ, ਉਹ ਨਾਲ ਗ੍ਰੈਜੂਏਸ਼ਨ ਕਰ ਰਹੇ ਆ, ਨਾਲ ਇਹ ਕੋਰਸਿਸ ਕਰ ਰਹੇ ਆ। ਔਰ ਇਸ ਤੋਂ ਵੀ ਸੋਹਣੀ ਗੱਲ ਇਹ ਹੈ ਪਰਮਵੀਰ ਕਿ ਉਹ ਕਮਾ ਰਹੇ ਆ ਨਾਲ। ਉਹਨਾਂ ਨੇ ਕਿਸੇ ਨੇ ਕਿਸੇ ਬੁਟੀਕ ਦੇ ਨਾਲ ਟਾਈ ਅਪ ਕੀਤਾ ਹੋਇਆ ਹੈ, ਕੋਈ ਬੱਚਾ ਆਪਣੇ ਲੈਵਲ ਤੇ ਸਟਿਚਿੰਗ ਸੈਂਟਰ ਖੋਲਿਆ ਹੋਇਆ ਆ, ਆਪ ਹੀ ਨਹੀਂ ਕਮਾ ਰਹੇ ਸਗੋਂ ਦੂਸਰਿਆਂ ਨੂੰ ਵੀ ਰੁਜ਼ਗਾਰ ਦੇ ਰਹੇ ਆ। ਇਹ ਬੜੀ ਖੂਬਸੂਰਤ ਗੱਲ ਹੈ ਇਹਨਾਂ ਕੋਰਸਿਸ ਦੀ, ਬਹੁਤ ਅੱਛੀ ਗੱਲ ਹੈ। ਔਰ ਇੱਕ ਜਿਹੜਾ ਤੁਸੀਂ ਕਿਹਾ 10+2 ਤੋਂ ਬਾਅਦ ਇੱਕ ਸੈਕਟਰ ਸਕਿੱਲ ਦੇ ਅੰਡਰ, ਜਿਹੜਾ ਕਮਿਊਨਿਟੀ ਕਾਲਜ ਨੂੰ ਹੀ ਮੇਰਾ ਖਿਆਲ ਸੈਕਟਰ ਸਕਿੱਲ ਦਾ ਦੂਸਰਾ ਨਾਂ ਜਿਹੜਾ ਹੈ, ਉਹਦੇ ਵਿੱਚ ਇੱਕ ਹੋਰ ਬੜੀ ਖੂਬਸੂਰਤ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਜੇ 6ਵੀਂ ਤੋਂ ਲੈ ਕੇ 12ਵੀਂ ਤੱਕ ਕਿਸੇ ਕਲਾਸ 'ਚ ਵੀ ਬੱਚੇ ਨੇ ਪੜ੍ਹਾਈ ਛੱਡ ਦਿੱਤੀ ਆਪਣੀ ਤੇ ਉਹ ਵੀ ਇਹ ਕੋਰਸਿਸ ਕਰ ਸਕਦਾ। ਇਹਦੇ 'ਚ ਵੀ ਬਹੁਤ ਸਾਰੇ ਕੋਰਸਿਸ ਹੈ ਔਰ ਬੱਚੇ ਆਪਣੀ ਚੁਆਇਸ ਦੇ ਨਾਲ ਜਿਹੜਾ ਕੋਰਸ ਕਰਨਾ ਚਾਹਣ ਉਹ ਕਰ ਸਕਦੇ ਆ ਜੀ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਵੀ ਕਿੱਥੇ-ਕਿੱਥੇ ਕੋਰਸ ਜਿਹੜੇ ਕਰਵਾਏ ਜਾਂਦੇ ਆ, ਕਿ ਪੰਜਾਬ ਦੇ ਵਿੱਚ ਹਰ ਕਾਲਜ ਦੇ ਵਿੱਚ, ਹਰ ਸਕੂਲ ਦੇ ਵਿੱਚ ਹੈ? ਬਿਲਕੁਲ, ਸਕੂਲਾਂ ਦੇ ਵਿੱਚ ਵੀ ਹੈ, ਕਾਲਜਸ ਦੇ ਵਿੱਚ ਵੀ ਹੈ, ਯੂਨੀਵਰਸਿਟੀਜ਼ ਦੇ ਵਿੱਚ ਵੀ ਹੈ। ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜੇ ਗਵਰਨਮੈਂਟ ਸਕੂਲ ਜਾਂ ਗਵਰਨਮੈਂਟ ਕਾਲਜਸ ਜਾਂ ਏਡਡ ਕਾਲਜਸ ਹੀ ਹੈ, ਜਿਹੜੇ ਪ੍ਰਾਈਵੇਟ ਸੰਸਥਾਵਾਂ ਹੈ ਉਹ ਵੀ ਜੇ UGC ਦੇ ਨੋਰਮਸ ਨੂੰ ਪੂਰਾ ਕਰਦੇ ਆ ਤਾਂ ਉਹ ਵੀ ਅਪਲਾਈ ਕਰ ਸਕਦੇ ਇਹਨਾਂ ਕੋਰਸਿਸ ਦੇ ਲਈ, ਔਰ ਕਰ ਵੀ ਰਹੇ ਆ ਔਰ ਕਰਵਾ ਵੀ ਰਹੇ ਆ ਬੱਚਿਆਂ ਨੂੰ ਜੀ। ਤੇ ਕੀ ਜਿੱਦਾਂ ਹੁਣ ਪਿੰਡ ਦੇ ਕਈ ਬੱਚੇ ਹੁੰਦੇ ਆ, ਪਿੰਡਾਂ ਵਿੱਚ ਲੋਕ ਜਾਗਰੂਕ ਵੀ ਨਹੀਂ ਹੈ ਇਸ ਵਾਸਤੇ, ਕਿਸ ਤਰ੍ਹਾਂ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਇਹਨਾਂ ਕੋਰਸਾਂ ਦੇ ਲਈ? ਪਿੰਡਾਂ ਵਿੱਚ ਵੀ ਕਾਲਜਸ ਦੇ ਵਿੱਚ ਹੈ ਕੋਰਸ? ਬਿਲਕੁਲ, ਪਿੰਡਾਂ ਦੇ ਵਿੱਚ ਵੀ ਹੁਣ ਤਾਂ ਬਹੁਤ ਸਾਰੇ ਕਾਲਜਸ ਜਿਹੜੇ ਹੈ ਉਹਨਾਂ ਨੇ ਇਹ ਕੋਰਸਿਸ ਆਪਟ ਕੀਤੇ ਹੈ, ਪਰ ਅਜੇ ਵੀ ਇਹਦੇ ਲਈ ਜਿਹੜੀ ਹੈ ਉਹ ਐਡਵਰਟਾਈਜ਼ਮੈਂਟ ਦੀ ਘਾਟ ਹੈ। ਅਜੇ ਤੱਕ ਵੀ ਲੋਕਾਂ ਨੂੰ ਪਤਾ ਨਹੀਂ ਹੈ। ਮੇਰੇ ਆਪਣੇ ਕਾਲਜ ਦੇ ਵਿੱਚ ਜਦੋਂ ਬੱਚੇ ਆਉਂਦੇ ਆ ਕਿ ਫੀਸ ਜ਼ਿਆਦਾ ਲੱਗਦੀ ਹੈ, ਉਹਨਾਂ ਨੂੰ ਲੱਗਦਾ ਕਿ ਇੰਨਾ ਟਾਈਮ ਨਹੀਂ ਅਸੀਂ ਦੇ ਸਕਦੇ, ਛੋਟੀ ਤੋਂ ਛੋਟੀ ਐਜੂਕੇਸ਼ਨ ਜਿਹੜੀ ਹੈ ਥੋੜ੍ਹੇ ਸਮੇਂ ਦੇ ਵਿੱਚ ਪੂਰੀ ਕੀਤੀ ਜਾਵੇ, ਤੇ ਉੱਥੇ ਫਿਰ ਜਿਹੜਾ ਸਾਡਾ ਕਾਉਂਸਲਿੰਗ ਸੈੱਲ ਹੈ, ਸਾਡੇ ਟੀਚਰਸ ਜਿਹੜੇ ਹੈ ਫਿਰ ਉਹਨਾਂ ਨੂੰ ਇਹਨਾਂ ਕੋਰਸਿਸ ਬਾਰੇ ਦੱਸਦੇ ਆ, ਔਰ ਫਿਰ ਉਹ ਬੱਚੇ ਜਿਹੜੇ ਹੈ ਉਹਨਾਂ ਨੂੰ ਸਮਝ ਲੱਗਦੀ ਆ, ਪੇਰੈਂਟਸ ਨੂੰ ਵੀ ਲੱਗਦਾ। ਪਹਿਲਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਡਿਪਲੋਮਾ ਕੋਰਸ
ਕਿ ਡਿਗਰੀ ਔਰ ਡਿਪਲੋਮੇ 'ਚ ਫ਼ਰਕ, ਫਿਰ ਉਹਨਾਂ ਨੂੰ ਜਦੋਂ ਅਸੀਂ ਦੱਸਦੇ ਹਾਂ ਕਿ ਇਕੁਅਲੀ ਵੈਲਿਊਏਬਲ ਹੈ ਇਹ ਕੋਰਸਿਸ ਵੀ, ਤੁਹਾਨੂੰ ਬਿਲਕੁਲ ਝਿਜਕਣਾ ਨਹੀਂ ਚਾਹੀਦਾ। ਔਰ ਜਿਹੜੇ ਲੋੜਵੰਦ ਬੱਚੇ ਹੈ ਉਹ ਤਾਂ ਬਿਲਕੁਲ ਫ੍ਰੀ ਐਜੂਕੇਸ਼ਨ ਲੈ ਲੈਂਦੇ ਆ ਔਰ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਆ। ਜੀ, ਆਪਾਂ ਹਜੇ ਬਹੁਤ ਸਾਰੇ ਸਵਾਲ ਜਿਹੜੇ ਆ ਸਾਡੇ ਕੋਲ ਹੈ, ਜਿਹੜੇ ਡਾਕਟਰ ਸਾਹਿਬ ਨੂੰ ਅਸੀਂ ਪੁੱਛਣੇ ਨੇ। ਫਿਲਹਾਲ ਸਮਾਂ ਹੋ ਗਿਆ ਇੱਕ ਗੀਤ ਦਾ, ਵੇਖਦੇ ਹਾਂ ਜੀ ਗੀਤ, ਵਾਪਸ ਮੁੜਦੇ ਹਾਂ ਗੱਲਾਂ ਤੇ ਗੀਤ। ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਤੂੰ ਜੰਮੀ ਤਾਂ ਮਾਪੇ ਕਹਿਣ ਪਰਾਈ ਐ ਧੀਏ, ਸਹੁਰੇ ਘਰ ਵਿੱਚ ਕਹਿਣ ਬੇਗਾਨੀ ਜਾਈ ਐ ਧੀਏ। ਕਿਹੜੇ ਕਰਦੀ ਆਖਾਂ ਤੈਨੂੰ ਕੀ ਸਤਿਕਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ। ਇੱਕ ਧੋਬੀ ਲਈ ਸੀਤਾ ਮਾਂ ਨੂੰ ਰਾਮ ਵਿਸਾਰ ਗਏ, ਜੂਏ ਵਿੱਚ ਦਰੋਪਤੀਏ ਤੈਨੂੰ ਪਾਂਡੋ ਹਾਰ ਗਏ। ਇੱਕ ਧੋਬੀ ਲਈ ਸੀਤਾ ਮਾਂ ਨੂੰ ਰਾਮ ਵਿਸਾਰ ਗਏ, ਜੂਏ ਵਿੱਚ ਦਰੋਪਤੀਏ ਤੈਨੂੰ ਪਾਂਡੋ ਹਾਰ ਗਏ। ਜੀ ਕਰਦਾ ਮੈਂ ਆਪਣੀ ਕਿਸਮਤ ਤੈਨੂੰ ਹਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਸੱਤ ਭਰਾ ਇੱਕ ਮਿਰਜ਼ਾ, ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾਂ ਪੂਰੀ ਬਣਾਤੀ ਮਰਦ ਹਜ਼ਾਰਾਂ ਨੇ। ਸੱਤ ਭਰਾ ਇੱਕ ਮਿਰਜ਼ਾ, ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾਂ ਪੂਰੀ ਬਣਾਤੀ ਮਰਦ ਹਜ਼ਾਰਾਂ ਨੇ। ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿਵੇਂ ਸੁਧਾਰ ਦਿਆਂ, ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ, ਤੈਥੋਂ ਵਾਰ ਦਿਆਂ। ਮਰ ਜਾਣੇ ਦੇ ਅੰਦਰ ਵਸਦੀ ਕੁੜੀਏ ਜਿਉਂਦੀ ਰਹਿ, ਤੂੰ ਕਮਲੀ ਮੈਂ ਕਮਲਾ ਤੇਰਾ
ਗੀਤ ਲਿਖਾਉਂਦੀ ਰਹਿ ਮਰ ਜਾਣੇ ਦੇ ਅੰਦਰ ਵਸਦੀ ਕੁੜੀਏ ਜਿਉਂਦੀ ਰਹਿ ਤੂੰ ਕਮਲੀ ਮੈਂ ਕਮਲਾ ਤੇਰਾ ਗੀਤ ਲਿਖਾਉਂਦੀ ਰਹਿ ਸਦਾ ਸੁਹਾਗਣ ਥੀਵੇਂ ਤੇਰੀ ਨਜ਼ਰ ਉਤਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੈਥੋਂ ਵਾਰ ਦਿਆਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਔਰ ਲੜਕੀਆਂ ਲਈ ਕਿੱਤਾ ਮੁਖੀ ਕੋਰਸ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਡਾਕਟਰ ਨਵਜੋਤ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੋ ਕਿ ਪ੍ਰਿੰਸੀਪਲ ਨੇ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਤੋਂ। ਆਪਾਂ ਗੱਲਬਾਤ ਕਰ ਰਹੇ ਸੀ ਪਿੰਡਾਂ ਦੀ ਵਿੱਚ ਜਿਹੜੇ ਇਹ ਕੋਰਸਿਸ ਕਰਵਾਏ ਜਾਂਦੇ ਨੇ, ਹੋਰ ਕਿਹੜੀਆਂ ਸੁਵਿਧਾਵਾਂ ਫੈਸਿਲਿਟੀਆਂ ਨੇ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਕੁੜੀਆਂ ਨੂੰ ਪਿੰਡਾਂ ਦੇ ਵਿੱਚ ਕਾਲਜਸ ਦੇ ਵਿੱਚ? ਪਿੰਡਾਂ ਦੇ ਵਿੱਚ ਜਿਹੜੇ ਸੈਲਫ ਹੈਲਪ ਗਰੁੱਪਸ ਹੈਗੇ ਆ ਉਹ ਕਾਫੀ ਐਨਜੀਓਜ਼ ਦੇ ਨਾਲ ਜਿਹੜੇ ਹੈ ਐਨਜੀਓਜ਼ ਕਾਫੀ ਉਹਨਾਂ ਦੇ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਵੀ ਕੋਰਸਿਸ ਕਰਵਾਉਂਦੇ ਨੇ। ਉੱਥੇ ਵੀ ਲੜਕੀਆਂ ਨੂੰ ਕੈਂਡਲਸ ਬਣਾਉਣੀਆਂ ਸਿਖਾਈਆਂ ਜਾਂਦੀਆਂ ਆ, ਉਹਨਾਂ ਨੂੰ ਸਾਬਣ ਬਣਾਉਣਾ ਸਿਖਾਇਆ ਜਾਂਦਾ ਆ, ਕੁਕਿੰਗ ਦੇ ਬਹੁਤ ਸਾਰੇ ਕੋਰਸਿਸ ਕਰਾਏ ਜਾਂਦੇ ਆ ਔਰ ਉਹਨਾਂ ਦਾ ਵੀ ਮਕਸਦ ਇਹੀ ਹੈ ਕਿ ਲੜਕੀਆਂ ਨੂੰ ਸ਼ਫਾ ਇਦਾਂ ਦੀ ਦਿੱਤੀ ਜਾਵੇ, ਉਹਨਾਂ ਦੇ ਹੱਥ 'ਚ ਸ਼ਫਾ ਹੋਵੇ ਕਿ ਉਹ ਆਪਣੇ ਹੱਥੀਂ ਕੰਮ ਕਰਕੇ ਰੁਜ਼ਗਾਰ ਦੇ ਆਪਣੇ ਲਈ ਮੌਕੇ ਜਿਹੜੇ ਹੈ ਮੁਹੱਈਆ ਕਰ ਸਕਣ। ਜੀ ਔਰ ਜਦੋਂ ਇੱਕ ਲੜਕੀ ਆਪਣੇ ਮਾਂ-ਬਾਪ ਦੇ ਨਾਲ ਕਾਲਜ ਦੇ ਵਿੱਚ ਪੈਰ ਕਦਮ ਰੱਖਦੀ ਹੈ, ਕਈ ਲੜਕੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਜ਼ਬਰਦਸਤੀ ਸਬਜੈਕਟਸ ਰਖਵਾਏ ਜਾਂਦੇ ਨੇ, ਚਾਹੇ ਉਹ ਗ੍ਰੈਜੂਏਸ਼ਨ ਹੈ ਚਾਹੇ ਪੋਸਟ ਗ੍ਰੈਜੂਏਸ਼ਨ ਹੈ, ਉਹਦੇ ਵਿੱਚ ਪੇਰੈਂਟਸ ਵੱਲੋਂ ਵੀ ਥੋੜਾ ਜਿਹਾ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ ਹੈ। ਜੋ ਪੇਰੈਂਟਸ ਸੋਚਦੇ ਆ ਕਿ ਅਸੀਂ ਕਰ ਰਹੇ ਹਾਂ ਉਹੀ ਸਾਡਾ ਬੱਚਾ ਕਰੇ, ਹੈ ਨਾ। ਔਰ ਇੱਥੇ ਜਦੋਂ ਟੀਚਰਸ ਉੱਥੇ ਕਾਉਂਸਲਿੰਗ ਲਈ ਬਿਠਾਏ ਹੁੰਦੇ ਆ ਕਾਲਜਸ ਦੇ ਵਿੱਚ, ਉਹ ਕਿਸ ਤਰ੍ਹਾਂ ਇੱਕ ਲੜਕੀ ਦੇ ਅੰਦਰਲਾ ਜਿਹੜਾ ਕਹਿ ਸਕਦੇ ਆ ਕਿ ਕਿੱਦਾਂ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਹੜਾ ਕੋਰਸ ਕਰੇ, ਜਾਂ ਦੂਸਰੇ ਸ਼ਬਦਾਂ 'ਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਲੜਕੀ ਜਿਹੜੀ ਹੈ ਉਹ ਕਿਸ ਤਰ੍ਹਾਂ ਚੋਣ ਕਰ ਸਕਦੀ ਹੈ ਕਿ ਮੈਂ ਕਿਹੜਾ ਕੋਰਸ ਲਵਾਂ। ਜਿਵੇਂ ਤੁਸੀਂ ਦੱਸਿਆ ਕਿ 400 ਦੇ ਕਰੀਬ ਇਹ ਕੋਰਸ ਨੇ, ਕਿਸ ਤਰ੍ਹਾਂ ਉਹਨੂੰ ਸਮਝ ਆਏਗੀ ਕਿ ਮੈਂ ਕਿਹੜਾ ਕੋਰਸ ਲਵਾਂ ਤੇ ਕਿਹੜਾ ਛੱਡਾਂ? ਦੇਖੋ, ਉਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗੀ ਕਿ ਮਾਪਿਆਂ ਨੂੰ ਕਦੇ ਵੀ ਬੱਚਿਆਂ ਨਾਲ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ। ਉਹਨਾਂ ਦਾ ਟੇਸਟ ਦੇਖ ਕੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਫੈਸਲਾ ਕਰ ਲੈਣਾ ਚਾਹੀਦਾ ਆ। ਪਰ ਕਈ ਵਾਰੀ ਇਦਾਂ ਹੁੰਦਾ ਕਿ ਬੱਚੇ ਵੀ ਇੰਨੇ ਸਮਰੱਥ ਨਹੀਂ ਹੁੰਦੇ ਕਿ ਉਹ ਆਪਣੇ ਭਵਿੱਖ ਦਾ ਫੈਸਲਾ ਆਪ ਕਰ ਸਕਣ। ਉਸ ਵੇਲੇ ਪਰਮਵੀਰ ਸਾਡੇ ਕੋਲੇ ਕਾਉਂਸਲਿੰਗ ਸੈੱਲ ਹੈ। ਜਦੋਂ ਬੱਚਾ ਆਉਂਦਾ ਆ ਤੇ ਫਿਰ ਟੀਚਰਸ ਜਿਹੜੇ ਹੈ ਕਾਉਂਸਲਿੰਗ ਕਰਦੇ ਆ, ਦੇਖਦੇ ਹੈ ਕਿ ਇਹਦੇ ਅੰਦਰ ਕਿਸ ਤਰ੍ਹਾਂ ਦੇ ਟੇਸਟ ਹੈ ਔਰ ਕਿਸ ਫੀਲਡ ਦੇ ਵਿੱਚ ਇਹਨੂੰ ਕਾਮਯਾਬੀ ਮਿਲ ਸਕਦੀ ਹੈ। ਕਈ ਵਾਰੀ ਬੜੀ ਮੁਸ਼ਕਲ ਆਉਂਦੀ ਹੈ ਉਹਦਾ ਲੱਭਣ ਦੇ ਲਈ ਵੀ, ਉਹਦਾ ਹੁਨਰ ਲੱਭਣ ਦੇ ਲਈ ਵੀ। ਉਹਦੇ ਲਈ ਫਿਰ ਇੱਕ ਵਾਰੀ ਦੋ ਵਾਰੀ ਅਸੀਂ ਬੱਚੇ ਨੂੰ ਬੁਲਾਉਂਦੇ ਹਾਂ, ਹੌਲੀ ਹੌਲੀ ਫਿਰ ਦੇਖਦੇ ਹਾਂ। ਕਈ ਵਾਰੀ ਕਈ ਬੱਚੇ ਹੈ ਡਰਾਇੰਗ ਬੜੀ ਅੱਛੀ ਕਰਦੇ ਆ, ਫਿਰ ਉਹਨਾਂ ਨੂੰ ਅਸੀਂ ਕਹੀਦਾ ਕਿ ਤੁਸੀਂ ਫਾਈਨ ਆਰਟਸ ਦੇ ਖੇਤਰ 'ਚ ਜਾ ਸਕਦੇ ਆ। ਕਈ ਬੱਚੇ ਹੈ ਜਿਹੜੇ ਕਹਿੰਦੇ ਸਾਨੂੰ ਕੁਕਿੰਗ ਦਾ ਬੜਾ ਸ਼ੌਕ ਹੈ, ਫਿਰ ਉਹਨਾਂ ਨੂੰ ਕੁਕਿੰਗ ਵਾਲੇ ਪਾਸੇ। ਕਈ ਬੱਚੇ ਹੈ ਜਿਹੜੇ ਕਹਿੰਦੇ ਨੇ ਸਾਨੂੰ ਰਿਪੇਅਰ ਕਰਨ ਦਾ ਸ਼ੌਕ ਹੈ ਜੀ, ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਲੜਕੇ ਕੰਮ ਕਰਦੇ ਉੱਦਾਂ ਅਸੀਂ ਕਰੀਏ, ਫਿਰ ਉਹਨਾਂ ਨੂੰ ਅਸੀਂ ਹਾਰਡਵੇਅਰ ਐਂਡ ਨੈਟਵਰਕਿੰਗ ਵਾਲੇ ਕੋਰਸ 'ਚ ਭੇਜਦੇ ਹਾਂ। ਇਸ ਤਰ੍ਹਾਂ ਬੱਚੇ ਦੀ ਲਿਆਕਤ ਦੇਖ ਕੇ ਕਾਉਂਸਲਿੰਗ ਕਰਕੇ ਫਿਰ ਹੀ ਫੈਸਲਾ ਹੁੰਦਾ ਕਿ ਬੱਚਾ ਕਿਸ ਫੀਲਡ ਦੇ ਵਿੱਚ ਮੁਹਾਰਤ ਹਾਸਲ ਕਰ ਸਕਦਾ ਹੈ। ਜੀ, ਹੋਰ ਕਿਹੜੇ ਕੋਰਸਿਸ ਨੇ ਸਾਨੂੰ ਤੁਸੀਂ ਦੱਸ ਸਕਦੇ ਹੋ ਕਿ ਜਿਹੜੇ ਬੱਚੇ ਇਸ ਤੋਂ ਜਾਗਰੂਕ ਨਹੀਂ ਹੈ ਉਹ ਵੀ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੈ ਉਹ ਫਾਇਦਾ ਉਠਾ ਸਕਣ? ਇਹਦੇ 'ਚ ਬਹੁਤ ਸਾਰੇ ਕੋਰਸਿਸ ਹੈ। ਡਿਪਲੋਮਾ ਇਨ ਐਗਰੀਕਲਚਰ ਹੈ, ਡਿਪਲੋਮਾ ਇਨ ਪ੍ਰੈਕਟੀਕਲ ਨਰਸਿੰਗ ਹੈ, ਉਹਦੇ 'ਚ ਬੇਬੀ ਕੇਅਰ ਦੇ, ओल्ड एज केयर ਦੇ ਜਿਹੜੇ ਕੋਰਸਿਸ ਹੈ ਬਹੁਤ ਵਧੀਆ ਕੋਰਸਿਸ ਹੈ। ਡਿਪਲੋਮਾ ਇਨ ਆਰਟ ਐਂਡ ਡਿਜ਼ਾਈਨ ਹੈ, ਪਬਲਿਕ ਐਡਮਿਨਿਸਟ੍ਰੇਸ਼ਨ ਦੇ ਡਿਪਲੋਮਾਸ ਹੈ, ਇਨਵਾਇਰਨਮੈਂਟ ਨਾਲ ਸੰਬੰਧਿਤ ਡਿਪਲੋਮਾ ਹੈ, ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਹੈ, डिप्लोमा इन मास कम्युनिकेशन है, ज्वेलरी डिजाइन का बड़ा अच्छा एक डिप्लोमा है जिहदे च लड़कियां जिहड़ी है ज्वेलरी बड़ी अच्छी बनाउंदियां। ईवन मेरे अपने कॉलेज दे विच दिवाली दे उत्ते बच्चे जिहड़े है वो एग्जीबिशन लगाउंदे अपने समान दी और उन्हां दा हत्थों हत्थी वो सारा जिहड़ा है जिहड़ी उन्हां दी ज्वेलरी डिजाइन कीती हुई हत्थों हत्थी विक जांदी है। बहुत सारे कोर्सेज है जिहड़े वो अपने टेस्ट के हिसाब नाल कर सकदे आ जी। ते जिहड़ा ये फैशन डिजाइनिंग आ ये अजकल बड़ा इहदा दौर चलिया आ, जिहड़ा भी लड़की नूं देखो ओहदा इंटरस्ट हुंदा फैशन डिजाइनिंग दे। इहदे विच अगे किहड़े-किहड़े कोर्सेज ने? फैशन दा युग है, स्टिचिंग एंड टेलरिंग है, फिर बच्चे ना ब्लॉक प्रिंटिंग सीखते हैं, ब्लॉक प्रिंटिंग दा है, पेंटिंग दा है, स्टिचिंग दा है, बहुत सारे इहदे नाल रिलेटेड कोर्सेज हैगे इस तरह दे जी। जिवें कि थोड़ी सी पहला दस्सिया कि जिहड़ी ये कोर्स है वो फ्री ऑफ कॉस्ट ने
ਫੀਸ ਨਹੀਂ ਲੱਗਦੀ। ਬਿਲਕੁਲ। ਹੋਰ ਇਹਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹ ਸਾਰੇ ਕਾਲਜਸ ਯੂਨੀਵਰਸਿਟੀ ਦੇ ਵਿੱਚ ਬਿਲਕੁਲ ਫ੍ਰੀ ਕਰਵਾਏ ਜਾਂਦੇ ਆ ਜਾਂ ਫਿਰ ਕਿੱਦਾਂ ਵੀ ਕਿਤੇ ਫੀਸ ਵੀ ਲੱਗਦੀ ਹੈ ਇਹਦੀ? ਨਹੀਂ, ਬਿਲਕੁਲ ਫ੍ਰੀ ਹੈ। ਪਹਿਲੇ 3 ਸਾਲ ਦੇ ਲਈ ਸਰਕਾਰ ਜਿਹੜੀ ਹੈ ਉਹ ਫੰਡਿੰਗ ਕਰਦੀ ਹੈ ਜੀ। ਇਨਫਰਾਸਟ੍ਰਕਚਰ ਦੇ ਲਈ ਵੀ ਅਸੀਂ ਜਿੱਦਾਂ ਇੱਕ ਵਾਰੀ ਬਿਲਡਿੰਗ ਬਣਾ ਲਈ, ਲੈਬ ਬਣਾ ਲਈ ਔਰ ਕੰਪਿਊਟਰਸ ਵਗੈਰਾ ਜੋ ਚਾਹੀਦਾ ਉਹ ਖਰੀਦ ਲਿਆ, ਉਸ ਤੋਂ ਬਾਅਦ ਤਾਂ ਸਾਨੂੰ ਲੋੜ ਨਹੀਂ ਹੁੰਦੀ ਨਾ ਜੀ। ਕਿੰਨੀ ਕੁ ਹੁੰਦੀ ਆ, ਮਤਲਬ ਉਹ ਹਰ ਜਿਹੜਾ ਉਹ ਕਰ ਸਕਦਾ ਹੈ ਅਫੋਰਡ, ਹਰ ਪੇਰੈਂਟਸ ਆਪਣੇ ਬੱਚੇ ਵਾਸਤੇ? ਬਿਲਕੁਲ ਬਿਲਕੁਲ, ਬੱਚਿਆਂ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਜੀ। ਉਹਨਾਂ ਨੂੰ ਬਿਲਕੁਲ ਫ੍ਰੀ ਹੈ ਸਾਰੀ ਦੀ ਸਾਰੀ ਐਜੂਕੇਸ਼ਨ, ਔਰ ਕਾਲਜ ਤੇ ਵੀ ਕਿਸੇ ਤਰ੍ਹਾਂ ਦਾ ਕੋਈ ਬਰਡਨ ਨਹੀਂ ਹੁੰਦਾ। ਈਵਨ ਟੀਚਰਸ ਨੂੰ ਜਿਹੜੀ ਪੇਮੈਂਟ ਕਰਨੀ ਹੈ ਉਹਦਾ ਵੀ ਪੈਸਾ ਜਿਹੜਾ ਹੈ ਉਹ UGC ਤੋਂ ਆ ਰਿਹਾ ਹੈ, ਸਾਰੀ ਦੀ ਸਾਰੀ ਸਰਕਾਰ ਜਿਹੜੀ ਉਹ ਫੰਡਿੰਗ ਕਰ ਰਹੀ ਹੈ। ਪਰ 3 ਸਾਲ ਬਾਅਦ ਫਿਰ ਉਹ ਕਹਿੰਦੇ ਨੇ ਕਿ ਆਪਣੇ ਰਿਸੋਰਸਸ ਹੁਣ ਤੁਸੀਂ ਆਪ ਪੈਦਾ ਕਰੋ, ਔਰ ਉਹ ਫਿਰ ਜਦੋਂ ਇੱਕ ਵਾਰੀ ਚੱਲ ਪੈਂਦਾ ਲੀ ਤੇ ਕੰਮ, ਫਿਰ ਉਸ ਤੋਂ ਬਾਅਦ ਕੋਈ ਮੁਸ਼ਕਲ ਨਹੀਂ ਆਉਂਦੀ ਜੀ। ਤੇ ਜਦੋਂ ਇਹ ਕੋਰਸਿਸ ਬੱਚੇ ਕਰਦੇ ਆ, ਕਈ ਵਾਰੀ ਕੋਰਸ ਕਰਦਿਆਂ ਲੜਕੀਆਂ ਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਉਹਦੀਆਂ ਨਾਲ ਦੀਆਂ ਸਹੇਲੀਆਂ ਆ ਉਹ ਦੂਸਰਾ ਕੋਰਸ ਕਰ ਰਹੀਆਂ ਤੇ ਉਹਨਾਂ ਨੂੰ ਲੱਗਦਾ ਕਿ ਇਹ ਵੀ ਬੜਾ ਰੋਚਕ ਹੈ, ਇਹ ਵੀ ਮੈਂ ਕਰਨਾ ਚਾਹੁੰਦੀ ਹਾਂ, ਕਿ ਇੱਕ ਕੋਰਸ ਕਰਦਿਆਂ ਉਹ ਲੜਕੀ ਜਿਹੜੀ ਹੈ ਦੂਸਰਾ ਕੋਰਸ ਵੀ ਕਰ ਸਕਦੀ ਹੈ? ਬਿਲਕੁਲ ਕਰ ਸਕਦੀ ਹੈ, ਕਿਉਂਕਿ ਸੈਕਟਰ ਸਕਿੱਲ ਦੇ ਅੰਡਰ ਇਹੀ ਤਾਂ ਇਹਨਾਂ ਕੋਰਸਿਸ ਦਾ ਫਾਇਦਾ ਹੈ ਕਿ ਇੱਕ ਪਾਸੇ ਤੁਸੀਂ ਆਪਣੀ ਡਿਗਰੀ ਕਰ ਰਹੇ ਹੋ ਤੇ ਨਾਲ ਦੀ ਨਾਲ ਤੁਸੀਂ ਜਿੱਧਰ ਤੁਹਾਡਾ ਟੇਸਟ ਹੈ ਉਹਦੇ ਹਿਸਾਬ ਨਾਲ ਤੁਸੀਂ ਆਪਣਾ ਕੋਰਸ, ਕੰਪਿਊਟਰ ਦੇ ਬੱਚੇ ਮੇਰੇ ਕੋਲ ਨੇ ਕਾਸਮੈਟੋਲੋਜੀ ਦਾ ਕੋਰਸ ਕਰ ਰਹੇ ਆ, है ना, इस तरह ਈਵਨ ਕਾਮਰਸ ਦੇ ਬੱਚੇ ਜਿਹੜੇ ਹੈ ਉਹ ਫੈਸ਼ਨ ਡਿਜ਼ਾਈਨਿੰਗ ਸਿੱਖ ਰਹੇ ਆ। ਉਹਨਾਂ ਨੂੰ ਲੱਗਦਾ ਹੈ ਕਿ ਛੋਟਾ ਮੋਟਾ ਇੱਕ ਕੋਰਸ ਜਿਹੜਾ ਹੈ ਉਹ ਨਾਲ ਦੀ ਨਾਲ ਸਾਨੂੰ ਸਿੱਖਣਾ ਚਾਹੀਦਾ, ਕੁਛ ਨਾ ਕੁਛ ਨਾਲ ਐਕਸਟਰਾ ਕਰਨਾ ਚਾਹੀਦਾ ਜੀ। ਤੇ ਇਹਦੇ ਨਾਲ ਕੋਈ ਜਿਹੜੀ ਕਹਿ ਸਕਦੇ ਆ ਆਪਣੀ ਜਿਹੜੀ ਪੜ੍ਹਾਈ ਚੱਲ ਰਹੀ ਹੈ ਉਹ ਇਫੈਕਟ ਤਾਂ ਨਹੀਂ ਕਰ ਰਹੀ? ਵੀ ਟਾਈਮਿੰਗ ਕਿੱਦਾਂ ਮੈਨੇਜ ਕਰਦੇ ਬੱਚੇ? ਨਹੀਂ, ਉਹਦੇ 'ਚ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਜਿੱਦਾਂ ਸਵੇਰੇ ਕਲਾਸਿਸ ਲੱਗ ਜਾਂਦੀਆਂ, 0 ਪੀਰੀਅਡ ਰੱਖਿਆ ਹੋਇਆ, ਅਸੀਂ ਇੱਕ ਵਿੱਚ ਵਿਚਾਲੇ ਅਚੀਵਮੈਂਟ ਪੀਰੀਅਡ ਰੱਖਿਆ ਹੋਇਆ ਆਪਣੇ ਬੱਚਿਆਂ ਦੇ ਲਈ। ਉਸ ਪੀਰੀਅਡ ਦੇ ਵਿੱਚ ਬੱਚਾ ਜਿਸ ਟੇਸਟ ਦਾ ਵੀ ਹੈ ਉਸ ਟੇਸਟ ਦੇ ਹਿਸਾਬ ਨਾਲ ਆਪਣੀ ਉਹ ਕਲਾਸ ਅਟੈਂਡ ਕਰ ਸਕਦਾ ਹੈ। ਉਦੋਂ ਪੂਰਾ ਕਾਲਜ ਜਿਹੜਾ ਹੈ ਉਹ 0 ਤੇ ਹੁੰਦਾ, ਕੋਈ ਕਲਾਸ ਨਹੀਂ ਲੱਗ ਰਹੀ ਹੁੰਦੀ। ਉਸ ਵੇਲੇ ਟੀਚਰਸ ਵੀ ਫ੍ਰੀ ਹੁੰਦੇ ਆ, ਬੱਚੇ ਵੀ ਫ੍ਰੀ ਹੁੰਦੇ ਆ, ਉਸ ਵੇਲੇ ਐਕਸਟਰਾ ਕਲਾਸਿਸ ਜਿਹੜੀਆਂ ਲੱਗਦੀਆਂ ਆ ਜੀ। ਜਿਹੜੇ ਬੱਚੇ ਸਿਰਫ ਇਹ ਕੋਰਸ ਕਰਦੇ ਨੇ, ਕਿੱਤਾ ਮੁਖੀ ਕੋਰਸ ਕਰਦੇ ਆ, ਕੀ ਇਹ ਮਾਨਤਾ ਪ੍ਰਾਪਤ ਹਨ? ਹਾਂ ਬਿਲਕੁਲ, ਇਹ ਸੈਂਟਰ ਗਵਰਨਮੈਂਟ ਤੋਂ ਵੀ ਔਰ ਪੰਜਾਬ ਗਵਰਨਮੈਂਟ ਤੋਂ ਵੀ। ਜਦੋਂ ਉਹ ਅੱਗੇ ਜੌਬ ਲਈ ਜਾਂਦੇ ਨੇ ਤੇ ਉਹ ਫਿਰ ਇਹ ਮਾਇਨੇ ਰੱਖਦੇ ਆ ਕਿ ਇਹ ਜੌਬ, ਇਹ ਕੋਰਸ ਕੀਤਾ? ਬਿਲਕੁਲ ਬਿਲਕੁਲ, ਇਹਨਾਂ ਜਿਹੜੇ ਸਰਟੀਫਿਕੇਟਸ ਹੈ ਇਹਨਾਂ ਦੀ ਬਹੁਤ ਹੀ ਵੈਲਿਊ ਹੈ। ਔਰ ਕਿਉਂਕਿ ਸੈਂਟਰ ਗਵਰਨਮੈਂਟ ਦੇ ਅੰਡਰ ਬਹੁਤ ਸਾਰੇ ਕੋਰਸਿਸ ਹੈਗੇ, UGC ਦੇ ਅੰਡਰ ਜਿਹੜੇ ਹੈਗੇ ਉਹਨਾਂ ਨੂੰ ਉੱਥੇ ਜਾ ਕੇ ਜਿਹੜਾ ਹੈ ਪ੍ਰੈਫਰੈਂਸ ਮਿਲਦੀ ਹੈ ਨਾ ਕੋਰਸਿਸ ਨੂੰ ਜੀ। ਤੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਲੜਕੀਆਂ ਜਿਹੜੀਆਂ ਹੈ ਇਹਨਾਂ ਕੋਰਸਿਸ ਦੇ ਨਾਲ ਕੋਈ ਜੌਬ ਵੀ ਕਰ ਸਕਦੀਆਂ ਔਰ ਨਾਲ ਦੀ ਨਾਲ ਸਵੈ ਰੋਜ਼ਗਾਰ ਵੀ ਕਰ ਸਕਦੀਆਂ? ਬਿਲਕੁਲ ਕਰ ਸਕਦੀਆਂ। ਮੈਂ ਤੁਹਾਨੂੰ ਦੱਸਿਆ ਨਾ ਕਿ ਬੱਚੇ ਜਿਹੜੇ ਹੈ ਫੈਸ਼ਨ ਡਿਜ਼ਾਈਨਿੰਗ ਦੇ ਬੱਚੇ, ਈਵਨ ਕਾਸਮੈਟੋਲੋਜੀ ਦੇ ਬੱਚੇ, ਉਹਨਾਂ ਨੇ ਘਰਾਂ ਦੇ ਵਿੱਚ ਆਪਣੇ ਨਾਲ ਬਿਜ਼ਨਸ ਸ਼ੁਰੂ ਕੀਤੇ ਹੋਏ ਆ। ਕਾਲਜ ਟਾਈਮ ਤੋਂ ਬਾਅਦ ਉਹ ਆਪਣੀ ਫੀਸ ਆਪ ਕੱਢ ਵੀ ਰਹੀਆਂ ਆ ਜੀ, ਕਮਾ ਵੀ ਰਹੀਆਂ ਔਰ ਮਾਂ-ਬਾਪ ਦਾ ਵੀ ਨਾਲ ਆਸਰਾ ਬਣ ਰਹੀਆਂ ਧੀਆਂ ਅੱਜ ਤਾਂ ਜੀ। ਤੇ ਕਾਲਜ ਯੂਨੀਵਰਸਿਟੀਜ਼ ਤੋਂ ਇਲਾਵਾ ਹੋਰ ਵੀ ਕਿਤੇ ਕੋਰਸ ਕਰਵਾਏ ਜਾਂਦੇ ਨੇ? ਪ੍ਰਾਈਵੇਟ ਜਿਹੜੇ ਹੈ ਸੰਸਥਾਵਾਂ ਉਹਨਾਂ ਦੇ ਵਿੱਚ ਵੀ ਮੈਂ ਦੱਸਿਆ ਨਾ ਕਿ UGC ਦੇ ਨੋਰਮਸ ਦੇ ਅਨੁਸਾਰ ਜਿਹੜੀਆਂ ਸੰਸਥਾਵਾਂ ਉਹਨਾਂ ਦੇ ਪੂਰੇ ਉਹਨਾਂ ਦੇ ਜਿਹੜੇ ਹੈ ਸਿਧਾਂਤ ਉਹਨਾਂ ਤੇ ਪੂਰੀਆਂ ਉਤਰਦੀਆਂ ਆ, ਉਹ ਵੀ ਅਪਲਾਈ ਕਰਦੀਆਂ ਔਰ ਉਹਨਾਂ ਨੂੰ ਵੀ ਇਹ ਕੋਰਸਿਸ ਮਿਲ ਰਹੇ ਆ। ਕਈ ਆਪਾਂ ਦੇਖਦੇ ਹਾਂ ਨਾ, ਕਈ ਸੰਸਥਾਵਾਂ ਵੀ ਕਰਵਾਉਂਦੀਆਂ, ਜਿੱਦਾਂ ਤੁਸੀਂ ਦੱਸਿਆ ਕੈਂਡਲ ਮੇਕਿੰਗ ਹੋ ਗਿਆ, ਜੁਐਲਰੀ ਮੇਕਿੰਗ ਹੋ ਗਿਆ, ਕੋਈ ਛੋਟੀਆਂ ਸੰਸਥਾਵਾਂ ਵੀ ਖੁੱਲੀਆਂ, ਸੈਲਫ ਹੈਲਪ ਗਰੁੱਪ ਜਿਹੜੇ ਹੈ ਉਹ ਕਰਵਾ ਰਹੇ ਆ, NGOs ਨਾਲ ਮਿਲ ਕੇ ਕਰਵਾ ਰਹੇ ਆ। ਉਹ NGOs ਨਾਲ ਮਿਲ ਕੇ ਕਰਵਾ ਰਹੇ ਆ। ਤੇ ਉਹ ਜਦੋਂ ਉਹ ਕਿਸੇ ਨੇ ਸਟਾਰਟ ਕਰਨਾ ਹੋਵੇ ਤੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਹੈ? ਕੀ ਉਹਦੇ ਲਈ ਬਸ ਕੋਈ ਐਲੀਜੀਬਿਲਟੀ ਨਹੀਂ ਹੈ। 10+2 ਤੋਂ ਬਾਅਦ ਕੋਈ ਵੀ ਬੱਚਾ ਜਿਹੜਾ ਹੈ ਉਹ NGO ਨੂੰ ਅਪਰੋਚ ਕਰ ਸਕਦਾ ਆ। ਔਰ ਪਹਿਲ NGO ਨੂੰ ਮੈਂ ਜਾਣਦੀ ਹਾਂ, ਉਹ ਬਹੁਤ ਸਾਰੇ ਕੋਰਸਿਸ ਕਰਵਾਉਂਦੇ ਨੇ। ਈਵਨ ਉਹ ਤਾਂ ਸਿਲਾਈ ਮਸ਼ੀਨਾਂ ਜਿਹੜੀਆਂ ਹੈ ਉਹ ਵੀ ਬੱਚਿਆਂ ਨੂੰ ਡੋਨੇਟ ਕਰਦੇ ਨੇ ਔਰ ਬੱਚੇ ਫਿਰ ਆਪਣੀ ਐਗਜ਼ੀਬਿਸ਼ਨ ਵੀ ਲਗਾਉਂਦੇ ਆ ਸਮਾਨ ਦੀ, ਔਰ ਉੱਥੇ ਵੀ ਉਹਨਾਂ ਦਾ ਜਿਹੜਾ ਹੈ ਆਪਣੇ ਹੱਥ ਦਾ ਬਣਿਆ ਹੋਇਆ ਸਮਾਨ ਹੱਥੋਂ ਹੱਥੀ ਨਿਕਲ ਜਾਂਦਾ ਹੈ, ਉਹਨਾਂ ਦੇ ਰੁਜ਼ਗਾਰ ਦਾ ਇੱਕ ਵਸੀਲਾ ਬਣਦਾ ਆ ਜੀ। ਕਈ ਵਾਰੀ ਬੱਚਿਆਂ ਤੋਂ, ਲੜਕੀਆਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਸਾਡੀ ਵੋਕੇਸ਼ਨਲ ਟ੍ਰੇਨਿੰਗ ਚੱਲ ਰਹੀ ਹੈ। ਇਹ ਕੀ ਹੈ ਵੋਕੇਸ਼ਨਲ ਟ੍ਰੇਨਿੰਗ? ਜਿਸ ਵੇਲੇ ਬੱਚੇ ਕਾਲਜ ਦੇ ਵਿੱਚ ਪੜ੍ਹ ਰਹੇ ਆ, ਜਦੋਂ ਉਹਨਾਂ ਦਾ ਥੋੜਾ ਟਾਈਮ ਰਹਿ ਜਾਂਦਾ, 6 ਮਹੀਨੇ ਰਹਿ ਗਏ ਜਾਂ 1 ਸਾਲ ਰਹਿ ਗਿਆ, ਉਸ ਵੇਲੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਭੇਜਿਆ ਜਾਂਦਾ ਆ। ਅੱਛਾ ਜੀ। ਜਿੱਦਾਂ ਫੈਸ਼ਨ ਡਿਜ਼ਾਈਨਿੰਗ ਦੇ ਬੱਚੇ, ਮੇਰੇ ਕਾਲਜ ਦੇ ਬੱਚੇ ਜ਼ਿਆਦਾਤਰ ਲੁਧਿਆਣਾ, ਕਿਉਂਕਿ ਉਹ ਕੱਪੜੇ ਦੀ ਇੰਡਸਟਰੀ ਹੈ, ਉੱਥੇ ਜਾਂਦੇ ਨੇ। ਉੱਥੇ ਜਾ ਕੇ ਉਹ ਟ੍ਰੇਨਡ ਹੋ ਕੇ ਆਉਂਦੇ ਆ। ਫਿਰ ਉਹ ਜਿਹੜੀ ਮਾਰਕੀਟ ਦੀ ਲੋੜ ਹੈ ਉਹਦੇ ਹਿਸਾਬ ਦੇ ਨਾਲ ਇੰਡਸਟਰੀ ਉਹਨਾਂ ਨੂੰ ਟ੍ਰੇਨਿੰਗ ਦਿੰਦੀ ਹੈ ਔਰ ਉਹ ਬੱਚੇ ਜਿਹੜੇ ਹੈ ਫਿਰ ਉਸ ਕਿੱਤੇ ਦੇ ਵਿੱਚ ਮੁਹਾਰਤ ਹਾਸਲ ਕਰਦੇ ਆ। ਪ੍ਰੈਕਟੀਕਲ ਜਿਹੜਾ ਹੈ, ਪ੍ਰੈਕਟੀਕਲ ਜਿਹੜੀ ਸਟੱਡੀ ਹੈ ਉਹ ਬਹੁਤ ਜ਼ਰੂਰੀ ਹੈ। ਕਿਤਾਬੀ ਗਿਆਨ ਦੇ ਨਾਲ ਨਾਲ ਜਿਹੜਾ ਹੱਥੀ ਕੰਮ ਕਰਕੇ ਜੋ ਗਿਆਨ ਮਿਲਣਾ ਉਹ ਜ਼ਿਆਦਾ ਮਾਇਨੇ ਰੱਖਦਾ ਆ। ਇਸੇ ਲਈ ਇਹਨਾਂ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਜੀ। ਤੇ ਜੇਕਰ ਆਪਾਂ ਤੁਹਾਡੇ ਕਾਲਜ ਦੀ ਗੱਲ ਕਰੀਏ, ਤੁਹਾਡੇ ਕਾਲਜ ਦੇ ਵਿੱਚ ਕਿਹੜੇ-ਕਿਹੜੇ ਕੋਰਸਿਸ ਨੇ? ਮੇਰੇ ਕਾਲਜ ਦੇ ਵਿੱਚ ਵੀ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕਿੰਗ ਹੈ, ਕਾਮਰਸ ਨਾਲ ਰਿਲੇਟਡ ਰਿਟੇਲ ਮੈਨੇਜਮੈਂਟ ਹੈ, ਬਿਊਟੀ ਐਂਡ ਵੈਲਨੈਸ ਹੈ, ਫੈਸ਼ਨ ਡਿਜ਼ਾਈਨਿੰਗ, ਸਟਿਚਿੰਗ ਐਂਡ ਟੇਲਰਿੰਗ ਹੈ ਔਰ ਕਾਸਮੈਟੋਲੋਜੀ ਨਾਲ ਦੇ ਨਾਲ ਜੁੜੇ ਹੋਏ ਵੀ ਬਹੁਤ ਸਾਰੇ ਕੋਰਸਿਸ ਹੈਗੇ ਆ ਜੀ।
ਤੇ ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫੂਡ ਟੈਕਨੋਲੋਜੀ ਜੀ ਹੈ, ਬਹੁਤ ਸਾਰੇ ਕੋਰਸਿਸ ਹੋਰ ਵੀ ਨੇ, ਗੱਲਾਂ ਬਾਤਾਂ ਬਹੁਤ ਪਈਆਂ ਨੇ ਹਜੇ, ਪਰ ਫਿਲਹਾਲ ਹੋ ਗਿਆ ਹੈ ਸਮਾਂ ਇੱਕ ਗੀਤ ਦਾ। ਵੇਖਦੇ ਹਾਂ ਜੀ ਇਹ ਗੀਤ। ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ। ਵੰਗਾਂ ਦੀ ਛਣਕਾਰ, ਵੰਗਾਂ ਦੀ ਛਣਕਾਰ, ਤਮਾਸ਼ਾ ਵੰਗਾਂ ਦਾ। ਵੰਗਾਂ ਲਾਈ ਬਹਾਰ, ਵੰਗਾਂ ਲਾਈ ਬਹਾਰ, ਤਮਾਸ਼ਾ ਵੰਗਾਂ ਦਾ। ਵੰਗਾਂ ਦੀ ਛਣਕਾਰ, ਤਮਾਸ਼ਾ ਵੰਗਾਂ ਦਾ। ਵੰਗਾਂ ਦੀ ਛਣਕਾਰ, ਤਮਾਸ਼ਾ ਵੰਗਾਂ ਦਾ। ਰੰਗ ਬਿਰੰਗੀਆਂ ਵੰਗਾਂ ਛਣਕਣ ਜਦ ਮੈਂ ਮਹਿੰਦੀ ਲਾਈ। ਰੰਗ ਬਿਰੰਗੀਆਂ ਵੰਗਾਂ ਛਣਕਣ ਜਦ ਮੈਂ ਮਹਿੰਦੀ ਲਾਈ। ਵੰਗਾਂ ਛਣਕਦੀਆਂ, ਓ ਵੰਗਾਂ ਛਣਕਦੀਆਂ, ਜਦ ਮਾਈਏ ਫੜੀ ਕਲਾਈ। ਵੰਗਾਂ ਛਣਕਦੀਆਂ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ। ਲਾਲ ਪੀਲੀਆਂ ਵੰਗਾਂ ਛਣਕਣ ਜਦ ਮੈਂ ਵੰਗਾਂ ਪਾਵਾਂ। ਲਾਲ ਪੀਲੀਆਂ ਵੰਗਾਂ ਛਣਕਣ ਜਦ ਮੈਂ ਵੰਗਾਂ ਪਾਵਾਂ। ਵੰਗਾਂ ਛਣਕਦੀਆਂ, ਹੋ ਵੰਗਾਂ ਛਣਕਦੀਆਂ, ਜਦ ਕੁੰਡ ਦੇ ਵਿੱਚ ਸ਼ਰਮਾਵਾਂ। ਵੰਗਾਂ ਛਣਕਦੀਆਂ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ। ਰੰਗ ਬਿਰੰਗੀਆਂ ਵੰਗਾਂ ਛਣਕਣ, ਵੰਗਾਂ ਛਣਕਣ ਵੇੜੇ। ਰੰਗ ਬਿਰੰਗੀਆਂ ਵੰਗਾਂ ਛਣਕਣ, ਵੰਗਾਂ ਛਣਕਣ ਵੇੜੇ। ਵੰਗਾਂ ਛਣਕਦੀਆਂ, ਵੰਗਾਂ ਛਣਕਦੀਆਂ, ਅੱਜ ਹਰ ਚਰਖੇ ਦੇ ਗੇੜੇ। ਵੰਗਾਂ ਛਣਕਦੀਆਂ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ। ਲਾਲ ਪੀਲੀਆਂ ਵੰਗਾਂ ਛਣਕਣ, ਛਣਕਣ ਵਿੱਚ ਚੁਬਾਰੇ। ਲਾਲ ਪੀਲੀਆਂ ਵੰਗਾਂ ਛਣਕਣ, ਛਣਕਣ ਵਿੱਚ ਚੁਬਾਰੇ। ਵੰਗਾਂ ਛਣਕਦੀਆਂ, ਹਾਂ ਵੰਗਾਂ ਛਣਕਦੀਆਂ, ਜਦ ਪੀਂਘਾਂ ਲੈਣ ਹੁਲਾਰੇ। ਵੰਗਾਂ ਛਣਕਦੀਆਂ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ। ਰੰਗ ਬਿਰੰਗੀਆਂ ਵੰਗਾਂ ਛਣਕਣ ਜਦ ਮੈਂ ਬੋਲੀ ਪਾਵਾਂ। ਰੰਗ ਬਿਰੰਗੀਆਂ ਵੰਗਾਂ ਛਣਕਣ ਜਦ ਮੈਂ ਬੋਲੀ ਪਾਵਾਂ। ਤੇ ਵੰਗਾਂ ਛਣਕਦੀਆਂ, ਓ ਵੰਗਾਂ ਛਣਕਦੀਆਂ, ਜਦ ਨੱਚ ਨੱਚ ਤਰਤ ਹਿਲਾਵਾਂ। ਵੰਗਾਂ ਛਣਕਦੀਆਂ, ਤਮਾਸ਼ਾ ਵੰਗਾਂ ਦਾ, ਤਮਾਸ਼ਾ ਵੰਗਾਂ ਦਾ, ਤਮਾਸ਼ਾ। ਗੱਲਾਂ ਤੇ ਗੀਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਔਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ, ਆਪਣਾ ਮਨਪਸੰਦ ਪ੍ਰੋਗਰਾਮ, ਔਰ ਇਸ ਦੇ ਵਿੱਚ ਲੜਕੀਆਂ ਨੂੰ ਖਾਸ ਕਰਕੇ ਜਾਣਕਾਰੀ ਦਿੱਤੀ ਜਾ ਰਹੀ ਹੈ, ਕਿਉਂਕਿ ਗੱਲਬਾਤ ਕਰ ਰਹੇ ਹਾਂ ਅਸੀਂ ਕਿੱਤਾ ਮੁਖੀ ਕੋਰਸਿਸ ਦੇ ਬਾਰੇ। ਔਰ ਡਾਕਟਰ ਨਵਜੋਤ ਕੌਰ ਜੀ ਸਾਡੇ ਨਾਲ ਜੁੜੇ ਨੇ, ਜੋ ਕਿ ਲਾਲਪੁਰ ਖਾਲਸਾ ਕਾਲਜ ਫਾਰ ਵੂਮਨ ਤੋਂ ਪ੍ਰਿੰਸੀਪਲ ਨੇ ਜੀ। ਆਪਾਂ ਗੱਲ ਕਰ ਰਹੇ ਸੀ ਪਹਿਲਾਂ ਕਿੱਤਾ ਮੁਖੀ ਕੋਰਸਿਸ ਦੀ। ਕਾਫੀ ਤੁਸੀਂ ਕੋਰਸਿਸ ਸਾਨੂੰ ਦੱਸ ਚੁੱਕੇ ਹੋ, ਬਹੁਤ ਸਾਰੇ ਕੋਰਸਿਸ ਨੇ, ਕੋਰਸਿਸ ਦੀ ਲਿਸਟ ਬਹੁਤ ਲੰਬੀ ਹੈ। ਔਰ ਲੜਕੀਆਂ ਜਿਹੜੀਆਂ ਹੁਣ ਘਰ ਬੈਠੀਆਂ ਇਹ ਸੋਚ ਰਹੀਆਂ ਹੋਣਗੀਆਂ ਵੀ ਅਸੀਂ ਕਿਹੜਾ ਕੋਰਸ ਲਈਏ ਤੇ ਕਿਹੜਾ ਛੱਡੀਏ। ਹੁਣ ਜਿਵੇਂ ਆਪਾਂ ਦੇਖਦੇ ਹਾਂ ਕੋਵਿਡ ਦੌਰਾਨ ਆਪਾਂ ਆਨਲਾਈਨ ਪੜ੍ਹਾਈ ਕਰਨ ਦਾ ਜਿਹੜਾ ਰੁਝਾਨ ਚੱਲ ਗਿਆ ਹੈ ਨਾ, ਤੇ ਇਹ ਜਿਹੜੇ ਕੋਰਸਿਸ ਹੈ ਤੁਸੀਂ ਦੱਸ ਰਹੇ ਹੋ ਕਿ ਹੱਥੀਂ ਕਰਨ ਵਾਲੇ ਆ,
ਤੇ ਕਿਸ ਤਰ੍ਹਾਂ ਆਨਲਾਈਨ ਪੜ੍ਹਾਈ ਜਦੋਂ ਆ ਟਾਈਮ ਆਪਾਂ ਹੁਣ ਚੱਲ ਰਿਹਾ ਹੈ, ਕਿਸ ਤਰ੍ਹਾਂ ਆਨਲਾਈਨ ਮੈਨੇਜ ਹੁੰਦਾ ਹੈ ਕਾਲਜ ਦੇ ਵਿੱਚ, ਕਿਸ ਤਰ੍ਹਾਂ ਬੱਚਿਆਂ ਨੂੰ ਇਹ ਕੋਰਸ ਕਰਵਾਏ ਜਾਂਦੇ ਨੇ? ਦੇਖੋ, ਇੱਕ ਤਾਂ ਜਿਹੜਾ ਹੈ ਸਵੈਮ ਦਾ ਇੱਕ ਪੋਰਟਲ ਹੈ UGC ਦਾ, ਜਿਹਦੇ ਤੇ ਆਨਲਾਈਨ ਜਿਹੜਾ ਹੈ ਬੱਚੇ ਆਪਣੀ ਸਟੱਡੀ ਕਰ ਸਕਦੇ ਆ ਜੀ। ਔਰ ਹੁਣ ਇਸ ਸਾਲ ਹੀ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਅੰਡਰ ਜਿਹੜਾ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੂੰ ਜਿਹੜੇ ਹੈ ਆਨਲਾਈਨ ਕੋਰਸਿਸ ਜਿਹੜੇ ਹੈ UGC ਨੇ ਦੇ ਦਿੱਤੇ ਆ। ਈਵਨ BCom MCom ਜਿਹੜੀ ਹੈ ਉਹ ਵੀ ਆਨਲਾਈਨ ਕਰਵਾਈ ਜਾ ਰਹੀ ਹੈ ਜੀ। ਔਰ ਕੋਵਿਡ ਦੇ ਦੌਰਾਨ ਹੀ ਸ਼ੁਰੂ ਹੋਇਆ ਸੀ ਐਕਸਪੈਰੀਮੈਂਟ, ਪਰ ਹੁਣ ਜਿਹੜਾ ਹੈ ਬਹੁਤ ਸਾਰੇ ਤਜਰਬੇ ਇਹਦੇ ਤੇ ਕਰਨ ਤੋਂ ਬਾਅਦ ਯੂਨੀਵਰਸਿਟੀਜ਼ ਨੇ ਬੱਚਿਆਂ ਨੂੰ ਇਹ ਕੋਰਸਿਸ ਜਿਹੜੇ ਹੈ ਆਨਲਾਈਨ ਕਰਵਾਉਣੇ ਸ਼ੁਰੂ ਕਰ ਦਿੱਤੇ ਆ। ਔਰ ਪ੍ਰੋਬਲਮਸ ਇਹਦੀਆਂ ਬਹੁਤ ਸਾਰੀਆਂ ਆਉਂਦੀਆਂ ਨੇ। ਇੱਕ ਤਾਂ ਜਿਹੜੇ ਬੱਚੇ ਹੈ ਬਹੁਤ ਵਾਰੀ, ਜੇ ਮੈਂ ਆਪਣੇ ਕਾਲਜ ਦੀ ਗੱਲ ਕਰਾਂ ਤਾਂ ਮੇਰੇ ਕਾਲਜ ਦੇ ਵਿੱਚ ਹੀ ਬਹੁਤ ਹੀ ਕਿਸਾਨਾਂ ਦੇ, ਮਜ਼ਦੂਰਾਂ ਦੇ, ਗਰੀਬ ਘਰਾਂ ਦੇ ਬੱਚੇ ਜਿਹੜੇ ਉਹ ਪੜ੍ਹਦੇ ਆ। ਕਈਆਂ ਦੇ ਕੋਲ ਫੋਨ ਵੀ ਜਿਹੜੇ ਹੈ ਸਮਾਰਟਫੋਨ ਵੀ ਨਹੀਂ ਹੁੰਦੇ, ਔਰ ਕਈ ਵਾਰੀ ਪਿੰਡਾਂ ਦੇ ਵਿੱਚ ਜਿਹੜੀ ਹੈ ਇੰਟਰਨੈਟ ਦੀ ਵੀ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ। ਇਸ ਕਰਕੇ ਵੀ ਥੋੜ੍ਹੀਆਂ ਜਿਹੀਆਂ ਇਹ ਪ੍ਰੋਬਲਮ ਸਾਨੂੰ ਆਈਆਂ ਆਨਲਾਈਨ ਐਜੂਕੇਸ਼ਨ ਦੇ ਵਿੱਚ ਜੀ। ਪਰ ਨਾਲ ਦੀ ਨਾਲ ਮੈਂ ਇਹ ਵੀ ਕਹਾਂਗੀ ਕਿ ਜੋ ਮਜ਼ਾ ਕਲਾਸ ਦੇ ਵਿੱਚ ਬੈਠ ਕੇ ਇੱਕ ਮਜਬੂਰੀ ਸੀ, ਉਹ ਤਾਂ ਚਲੋ ਸਾਨੂੰ ਕਰਨਾ ਪਿਆ ਕੋਵਿਡ ਦੇ ਦੌਰਾਨ, ਪਰ ਹੁਣ ਤਾਂ ਜਿਹੜਾ ਹੈ ਆਫਲਾਈਨ ਕਲਾਸਿਸ ਸ਼ੁਰੂ ਹੋ ਚੁੱਕੀਆਂ। ਔਰ ਜੋ ਮਜ਼ਾ ਜੋ ਬੱਚਾ ਇੰਜੋਏ ਕਰਦਾ ਕਲਾਸ ਦੇ ਵਿੱਚ ਟੀਚਰ ਦੇ ਨਾਲ ਬੈਠ ਕੇ, ਜਿਸ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਉਹ ਕੀਤੇ ਜਾ ਸਕਦੇ ਆ, ਉਹ ਆਨਲਾਈਨ ਟੀਚਿੰਗ ਦੇ ਵਿੱਚ ਨਹੀਂ ਹੋ ਸਕਦੇ। ਜੀ, ਬਿਲਕੁਲ ਸਹੀ ਗੱਲ ਹੈ। ਜਿਹੜਾ ਪ੍ਰੈਕਟੀਕਲ ਹੱਥੀਂ ਆਪਾਂ ਕੰਮ ਕੀਤਾ ਹੋਵੇ ਉਹ ਸਾਰੀ ਉਮਰ ਜਿਹੜਾ ਯਾਦ ਰਹਿੰਦਾ ਹੈ, ਬਜਾਏ ਇਹ ਕਿ ਕਿਤਾਬਾਂ ਤੋਂ ਪੜ੍ਹ ਕੇ ਜਾਂ ਫਿਰ ਆਨਲਾਈਨ ਆਪਾਂ ਸਿੱਖਿਆ ਲੈਣੀ। ਔਰ ਬੱਚੇ ਦੇ ਫੇਸ ਐਕਸਪ੍ਰੈਸ਼ਨਸ ਤੋਂ ਟੀਚਰਸ ਜੱਜ ਕਰਦੇ ਆ ਕਿ ਇਹਦੇ ਕੋਲ ਕਿੰਨਾ ਕਾਈਕੂ ਹੈ, ਕਿਸ ਤਰ੍ਹਾਂ ਦਾ ਇਹ ਬੱਚੇ ਦੀ ਜਿਹੜੀ ਹੈ ਬ੍ਰਿੰਗਿੰਗ ਅਪ ਹੈ। ਔਰ ਆਨਲਾਈਨ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਇਹ ਪਾਸੇ ਰਹਿ ਜਾਂਦਾ ਹੈ। ਜੀ, ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਦਾ ਪੜ੍ਹਾਈ ਵੱਲ ਧਿਆਨ ਨਹੀਂ ਹੁੰਦਾ। ਜੇ ਆਪਾਂ ਸਕੂਲ ਦੇ ਬੱਚਿਆਂ ਦੀ ਗੱਲ ਕਰੀਏ, 5ਵੀਂ 6ਵੀਂ 8ਵੀਂ ਤੋਂ ਬਾਅਦ ਬੱਚੇ ਦਾ ਪੜ੍ਹਾਈ ਵੱਲ ਰੁਝਾਨ ਘੱਟ ਜਾਂਦਾ ਹੈ ਤੇ ਕਿਸੇ ਕਾਰਨਵਸ਼ ਪੜ੍ਹਾਈ ਜਿਹੜੀ ਹੈ ਉਸ ਨੂੰ ਛੱਡਣੀ ਪੈਂਦੀ ਹੈ। ਕਿ ਉਹਨਾਂ ਵਾਸਤੇ ਵੀ ਕੋਈ ਕੋਰਸਿਸ ਨੇ, ਕਿਹੜੇ-ਕਿਹੜੇ ਨੇ, ਉਹ ਸਾਨੂੰ ਦੱਸੋ। ਬਿਲਕੁਲ, ਜਿਹੜੇ ਕਿੱਤਾ ਮੁਖੀ ਕੋਰਸਿਸ ਹੈ ਉਹ ਇਸੇ ਤਰ੍ਹਾਂ ਹੀ ਫਰੇਮ ਕੀਤੇ ਗਏ ਆ। ਉਹਨਾਂ ਨੂੰ ਵਿੱਚ ਵਿਚਾਲੇ ਵੀ ਛੱਡਿਆ ਜਾ ਸਕਦਾ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੇ ਇੱਕ 3 ਸਾਲ ਦੀ ਤੁਸੀਂ ਪੂਰੀ ਡਿਗਰੀ ਕਰਦੇ ਹੋ ਤਾਂ ਤੁਹਾਨੂੰ ਡਿਗਰੀ ਮਿਲੇਗੀ। VWalk ਦੀ ਜਿਹੜੀ ਹੈ, VWalk ਦੇ ਵਿੱਚ ਵੀ ਬਹੁਤ ਸਾਰੇ ਫੀਲਡ ਹੈ, ਉਹਦੇ ਵਿੱਚ 3 ਸਾਲ ਜੇ ਪੂਰਾ ਤੁਸੀਂ ਆਪਣੀ ਐਜੂਕੇਸ਼ਨ ਪੂਰੀ ਕਰਦੇ ਹੋ ਤਾਂ ਤੁਹਾਨੂੰ ਗ੍ਰੈਜੂਏਸ਼ਨ ਦੀ ਡਿਗਰੀ ਮਿਲੇਗੀ। ਜੇ ਤੁਸੀਂ 2 ਸਾਲ ਦਾ ਕਰਦੇ ਹੋ ਤੇ ਤੁਹਾਨੂੰ ਜਿਹੜਾ ਹੈ ਉਹ ਡਿਪਲੋਮਾ ਜਿਹੜਾ ਹੈ ਉਹਦਾ, ਫਿਰ 1 ਸਾਲ ਤੋਂ ਬਾਅਦ ਫਿਰ ਡਿਪਲੋਮਾ ਦਾ ਸਰਟੀਫਿਕੇਟ, ਔਰ 6 ਮਹੀਨੇ ਦਾ ਜਿਹੜਾ ਹੈ ਉਹਦੇ 'ਚ ਵੀ ਤੁਹਾਨੂੰ ਜਿਹੜਾ ਹੈ ਸਰਟੀਫਿਕੇਟ ਮਿਲਦਾ ਆ। ਇਸ ਪੜ੍ਹਾਈ ਨੂੰ ਵਿੱਚ ਵਿਚਾਲੇ ਛੱਡਣ ਤੇ ਨੁਕਸਾਨ ਕੋਈ ਨਹੀਂ ਹੁੰਦਾ, ਕਿਉਂਕਿ ਤੁਹਾਨੂੰ ਜਿਹੜਾ ਹੈ ਸਰਟੀਫਿਕੇਟ ਮਿਲਦਾ ਹੈ। ਨਹੀਂ, ਪਰ ਜਿੱਦਾਂ ਤੁਸੀਂ ਕਿਹਾ ਕਿ 10 ਤੁਸੀਂ ਫਿਰ ਜੁਆਇਨ ਵੀ ਕਰ ਸਕਦੇ ਆ। ਇਹਦੀ ਇਹ ਵੀ ਹੈ ਇੱਕ ਖੂਬਸੂਰਤੀ ਕਿ ਜੇ ਤੁਸੀਂ ਛੱਡਤਾ, 1 ਸਾਲ ਲਗਾਇਆ, ਤੁਸੀਂ ਉਸ ਤੋਂ ਬਾਅਦ ਤੁਹਾਨੂੰ ਘਰ 'ਚ ਕੋਈ ਪ੍ਰੋਬਲਮ ਆ ਗਈ, ਤੁਸੀਂ ਉਸ ਕੋਰਸ ਨੂੰ ਛੱਡਤਾ, ਔਰ ਉਸ ਤੋਂ ਬਾਅਦ ਤੁਸੀਂ 2-3 ਸਾਲ ਬਾਅਦ ਫਿਰ ਜੁਆਇਨ ਕਰਦੇ ਹੋ ਤੇ ਤੁਸੀਂ ਨਵੇਂ ਸਿਰੋਂ ਨਹੀਂ ਸ਼ੁਰੂ ਕਰਨਾ, ਉਹਨੂੰ ਸੈਕੰਡ ਈਅਰ ਤੋਂ ਦੁਬਾਰਾ ਤੁਸੀਂ ਰੀਜੁਆਇਨ ਕਰ ਸਕਦੇ ਹੋ। ਔਰ ਇੱਕ ਗੱਲ ਹੋਰ, 10+2 ਤੋਂ ਬਾਅਦ ਕਰ ਸਕਦੇ ਹੋ, ਔਰ ਉਮਰ ਦੀ ਕੋਈ ਲਿਮਟ ਨਹੀਂ ਹੈ। ਜਿਹੜੀਆਂ ਮੈਰਿਡ ਕੁੜੀਆਂ ਹੈ ਉਹ ਵੀ ਇਸ ਕੋਰਸ ਨੂੰ ਕਰ ਸਕਦੀਆਂ, ਔਰਤਾਂ ਵੀ ਇਸ ਕੋਰਸ ਨੂੰ ਕਰ ਸਕਦੀਆਂ ਆ। ਹਰ ਬੰਦਾ ਜਿਹੜਾ ਹੈ, ਹਰ ਲੇਡੀ ਜਿਹੜੀ ਹੈ ਉਹ ਇਸ ਕੋਰਸ ਨੂੰ ਆਪਟ ਕਰ ਸਕਦੀ ਹੈ। ਮਤਲਬ 10+2 ਹੋਣੀ ਜ਼ਰੂਰੀ ਹੈ। ਜਿਹੜਾ ਮੇਰਾ ਸਵਾਲ ਸੀ ਉਹ ਇਹ ਸੀ ਕਿ ਜੇ ਬੱਚੇ ਨੇ 6ਵੀਂ ਕੀਤੀ ਹੈ, 8ਵੀਂ ਕੀਤੀ ਹੈ, ਉਸ ਤੋਂ ਬਾਅਦ ਨਹੀਂ ਉਹ ਕਰ ਸਕਦਾ ਕੋਰਸ? ਨਹੀਂ, 6ਵੀਂ ਤੋਂ ਬਾਅਦ ਵਾਲੇ ਬੱਚੇ ਵੀ ਇੱਕ ਸੈਕਟਰ ਸਕਿੱਲ ਦੇ ਅੰਡਰ ਜਿਹੜੇ ਨਵੇਂ ਕੋਰਸਿਸ ਆਏ ਆ ਉਹ 6ਵੀਂ ਤੋਂ ਬਾਅਦ ਵੀ ਕੀਤੇ ਜਾ ਸਕਦੇ ਆ। ਅੱਛਾ ਜੀ। ਪਹਿਲਾਂ ਤਾਂ ਇਹੀ ਇੱਕ ਲਿਮਿਟ ਸੀ ਨਾ ਕਿ +2 ਤੋਂ ਬਾਅਦ ਹੀ ਕੀਤੇ ਜਾ ਸਕਦੇ ਆ। ਹੁਣ 6ਵੀਂ ਤੋਂ ਲੈ ਕੇ 7ਵੀਂ 8ਵੀਂ 9ਵੀਂ 10ਵੀਂ ਜਦੋਂ ਮਰਜ਼ੀ ਬੱਚਾ ਕਲਾਸ ਛੱਡ ਗਿਆ, ਉਸ ਵੇਲੇ ਦੇ ਦਰਮਿਆਨ ਵੀ ਉਹ ਜਿਹੜਾ ਹੈ ਇਸ ਤਰ੍ਹਾਂ ਦੇ ਕੋਰਸਿਸ ਦੇ ਵਿੱਚ ਆ ਸਕਦਾ ਹੈ। ਕਿਹੜੇ ਕੋਰਸਿਸ ਨੇ ਤੁਸੀਂ ਦੱਸ ਸਕਦੇ ਹੋ? ਉਹ ਸਾਰੇ 400-500 ਕੋਰਸਿਸ ਹੈਗੇ ਆ। ਰਿਟੇਲ ਮੈਨੇਜਮੈਂਟ ਹੈ, ਜਿੱਧਰ ਵੀ ਇੰਟਰਸਟ ਹੈ ਤੁਹਾਡਾ, ਹੋਮ ਸਾਇੰਸ ਨਾਲ ਰਿਲੇਟਡ ਹੈ, ਜੀਓਗ੍ਰਾਫੀ ਨਾਲ ਰਿਲੇਟਡ ਹੈ, ਇਨਵਾਇਰਨਮੈਂਟ ਨਾਲ ਰਿਲੇਟਡ ਹੈ, ਕਮਰਸ, ਕੰਪਿਊਟਰ ਸਾਇੰਸ, ਫਿਰ ਲਿਟਰੇਚਰ ਨਾਲ ਰਿਲੇਟਡ ਹੈ, ਜਰਨਲਿਜ਼ਮ ਨਾਲ ਰਿਲੇਟਡ ਹੈ, ਇਨਵਾਇਰਨਮੈਂਟ ਨਾਲ ਰਿਲੇਟਡ ਹੈ, ਨਰਸਿੰਗ ਨਾਲ ਰਿਲੇਟਡ ਹੈ, ਬੱਚਿਆਂ ਦੀ ਕੇਅਰ ਨਾਲ ਸੰਬੰਧਿਤ ਹੈਗੇ ਬਹੁਤ ਸਾਰੇ, ਬਜ਼ੁਰਗਾਂ ਦੀ ਸਾਂਭ ਸੰਭਾਲ ਨਾਲ ਰਿਲੇਟਡ ਕੋਰਸਿਸ ਹੈਗੇ ਆ। ਉਹ ਤਾਂ ਆਪਣੇ ਟੇਸਟ ਦੇ ਹਿਸਾਬ ਨਾਲ ਤੁਸੀਂ ਉਹਦੇ ਚੋਂ ਚੂਜ਼ ਕਰਨਾ ਹੈ ਕਿ ਤੁਸੀਂ ਕਿਸ ਫੀਲਡ ਦੇ ਵਿੱਚ ਜਾਣਾ ਆ ਔਰ ਕਿੱਥੇ ਜਾ ਕੇ ਤੁਸੀਂ ਸਪੈਸ਼ਲਾਈਜੇਸ਼ਨ ਜਿਹੜੀ ਹੈ ਉਹ ਲੈਣੀ ਹੈ। ਤੇ ਇਹ ਜਿਹੜੇ ਕੋਰਸਿਸ ਨੇ ਇਹ ਵੀ 2 ਸਾਲ ਦੇ ਨੇ ਜਾਂ 1 ਸਾਲ ਦੇ ਨੇ ਜਾਂ ਨਹੀਂ? ਇਹ 1 ਸਾਲ ਦਾ ਹੀ ਹੈ। ਇਹ 1 ਸਾਲ ਦਾ ਕੋਰਸ ਹੈ ਔਰ 1 ਸਾਲ ਇਹਨੂੰ ਤੁਹਾਨੂੰ ਕਰਨਾ ਪਏਗਾ ਇਹ ਕੋਰਸ। ਠੀਕ ਹੈ। ਤੇ ਮਤਲਬ ਇਹ ਹੈ ਕਿ ਜੇ ਬੱਚਾ ਤੁਹਾਡਾ ਪੜ੍ਹਾਈ ਦੇ ਵਿੱਚ ਨਹੀਂ ਧਿਆਨ ਦੇ ਰਿਹਾ ਤੇ ਬੱਚੇ ਦਾ ਇੰਟਰਸਟ ਨਹੀਂ ਹੈ ਪੜ੍ਹਾਈ ਵਿੱਚ, ਤੇ ਉਹ 1 ਸਾਲ ਦਾ ਇਹ ਕੋਰਸ ਕਰਕੇ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਹੈ, ਚਾਹੇ ਉਹ ਲੜਕੀ ਹੈ ਚਾਹੇ ਉਹ ਲੜਕਾ ਹੈ। ਬਿਲਕੁਲ ਬਿਲਕੁਲ, ਇਹ ਆਪਣੇ ਪੈਰਾਂ ਤੇ ਸਵੈ ਨਿਰਭਰ ਹੋ ਸਕਦੇ ਆ ਬੱਚੇ। ਆਰਥਿਕ ਤੌਰ ਤੇ ਸਵੈ ਨਿਰਭਰ ਹੋਣਾ ਲੜਕੀਆਂ ਲਈ ਬਹੁਤ ਜ਼ਰੂਰੀ ਹੈ ਇਸ ਵੇਲੇ। ਜੀ, ਲੜਕੀਆਂ ਦੇ ਕਾਲਜ ਦੇ ਵਿੱਚ ਤੁਸੀਂ ਪ੍ਰਿੰਸੀਪਲ ਹੋ, ਔਰ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਲੜਕਿਆਂ ਦੇ ਮੁਕਾਬਲੇ ਲੜਕੀਆਂ ਜਿਹੜੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਪੜ੍ਹਾਈ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ?
ਬਿਲਕੁਲ ਅਸੀਂ ਔਰਤਾਂ ਦੇ ਵਿਕਾਸ ਦੀਆਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਪਰ ਗਰਾਊਂਡ ਰਿਐਲਿਟੀ ਜਿਹੜੀ ਹੈ ਉਹ ਅਜੇ ਵੀ ਕਾਫੀ ਦੁੱਖ ਦੇਣੀ ਹੈ, ਅਜੇ ਵੀ ਤਕਲੀਫ ਦੇ ਹੈ। ਮੇਰੇ ਕੋਲ ਜਦੋਂ ਵੀ ਐਡਮਿਸ਼ਨ ਲੈਣ ਲਈ ਆਉਂਦੇ ਨੇ ਪੇਰੈਂਟਸ ਲੜਕੀਆਂ ਦੀ, ਤੇ ਉਹਨਾਂ ਦੀ ਪ੍ਰੈਫਰੈਂਸ ਹਮੇਸ਼ਾ ਮੁੰਡਿਆਂ ਨੂੰ ਪੜਾਉਣਾ ਹੁੰਦਾ ਆ। ਲੜਕੀ ਨੂੰ ਦਾਖਲ ਕਰਵਾ ਜਾਂਦੇ ਆ, ਫੀ ਕੰਸੈਸ਼ਨ ਲੈ ਲੈਂਦੇ ਨੇ, ਕੋਸ਼ਿਸ਼ ਕਰੀਦੀ ਹੈ ਕਿ ਲੋਐਸਟ ਫੀ ਸਟਰਕਚਰ ਦੇ ਨਾਲ ਕੁੜੀਆਂ ਨੂੰ ਪੜਾਇਆ ਜਾਏ, ਔਰ ਫਿਰ ਜਦੋਂ ਇੰਸਟਾਲਮੈਂਟਸ ਦੇ ਵਿੱਚ ਫੀਸ ਦੇਣ ਦੀ ਵਾਰੀ ਆਉਂਦੀ ਹੈ ਫਿਰ ਆ ਜਾਂਦੇ ਨੇ ਕਿ ਅਸੀਂ ਬੱਚਾ ਨਹੀਂ ਪੜਾ ਸਕਦੇ, ਸਾਡਾ ਲੜਕਾ ਜੀ ਪੜ ਰਿਹਾ ਹੈ, ਅਸੀਂ ਲੜਕੇ ਨੂੰ ਪੜਾਉਣਾ ਹੈ। ਤਰਜੀਹ ਅਜੇ ਵੀ ਪੇਰੈਂਟਸ ਦੀ ਬਹੁਤ ਜ਼ਿਆਦਾ ਮੁੰਡਿਆਂ ਵੱਲ ਹੀ ਹੈ, ਔਰ ਉਹਨਾਂ ਨੂੰ ਬੜਾ ਸਮਝਾਉਣਾ ਪੈਂਦਾ ਆ ਫਿਰ ਵੀ ਕੁੜੀਆਂ ਔਰ ਮੁੰਡਿਆਂ 'ਚ ਕੋਈ ਫਰਕ ਨਹੀਂ ਹੈ। ਕੁੜੀਆਂ ਵੀ ਬਿਲਕੁਲ ਉਸੇ ਤਰ੍ਹਾਂ ਹੀ ਤੁਹਾਡੀ ਸੇਵਾ ਕਰਨਗੀਆਂ, ਉਸੇ ਤਰ੍ਹਾਂ ਹੀ ਜ਼ਿੰਮੇਵਾਰੀ ਆਪਣੀ ਨਿਭਾਉਣਗੀਆਂ ਜਿਵੇਂ ਪੁੱਤ ਨਿਭਾਉਂਦੇ, ਈਵਨ ਜ਼ਿਆਦਾ ਨਿਭਾਉਣਗੀਆਂ ਪੁੱਤਾਂ ਨਾਲੋਂ। ਔਰ ਫਿਰ ਕਈ ਵਾਰੀ ਉਹਨਾਂ ਨੂੰ ਕੰਪੈਲ ਵੀ ਕਰਨਾ ਪੈਂਦਾ ਆ। ਕਈ ਵਾਰੀ ਸਾਨੂੰ ਫਿਰ ਜਿਹੜੇ ਸਾਡੇ ਮਦਦਗਾਰ ਲੋਕ ਹੈ ਜਿਹੜੇ ਜੁੜੇ ਹੋਏ ਆ ਸਾਡੇ ਕਾਲਜ ਦੇ ਨਾਲ, ਜਿਹੜੇ ਬੱਚਿਆਂ ਦੀ ਫੀਸ ਵਗੈਰਾ ਦੇ ਕੇ ਸਾਡੀ ਹੈਲਪ ਕਰਦੇ ਆ, ਉਹਨਾਂ ਨੂੰ ਫਿਰ ਅਸੀਂ ਰਿਕੁਐਸਟ ਕਰੀਦੀ ਹੈ ਕਿ ਬੱਚਾ ਵਿੱਚ ਛੱਡਣਾ ਚਾਹੁੰਦਾ ਪੜ੍ਹਾਈ, ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਕੀਤੀ ਜਾਏ। ਬੜੇ ਔਖੇ ਹੋ ਕੇ ਪਰਮਵੀਰ ਮੇਰਾ ਇੱਕੋ ਹੀ ਸੁਪਨਾ ਹੈ ਕਿ ਮੇਰੇ ਕਾਲਜ ਦੇ ਗੇਟ ਤੇ ਜਿਹੜੀ ਵੀ ਬੱਚੀ ਪੜ੍ਹਨ ਦੀ ਇੱਛਾ ਲੈ ਕੇ ਆ ਗਈ ਉਹ ਫੰਡਸ ਦੀ ਕਮੀ ਕਰਕੇ ਕਦੀ ਵਾਪਸ ਨਾ ਜਾਏ, ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਰ ਧੀ ਜਿਹੜੀ ਹੈ ਉਹਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਬਹੁਤ ਅੱਛੀ ਤੁਸੀਂ ਸੋਚ ਰੱਖਦੇ ਹੋ। ਔਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਆਹੀ ਤੁਸੀਂ ਗੱਲ ਪਹਿਲਾਂ ਵੀ ਕੀਤੀ ਹੈ ਕਿ ਜਿਹੜੇ ਮਾਂ-ਬਾਪ ਨੇ ਉਹ ਜ਼ਬਰਦਸਤੀ ਕੋਰਸ ਜਿਹੜੇ ਰਖਵਾ ਦਿੰਦੇ ਆ ਜਾਂ ਸਬਜੈਕਟਸ ਰਖਵਾ ਦਿੰਦੇ ਆ। ਕਈ ਵਾਰ ਮਾਂ-ਬਾਪ ਦੀ ਸੋਚ ਇਹ ਹੁੰਦੀ ਹੈ ਕਿ ਅਸੀਂ ਆਪਣੀ ਲੜਕੀ ਨੂੰ ਡਾਕਟਰ ਜਾਂ ਫਿਰ ਇੰਜੀਨੀਅਰ ਬਣਾਉਣਾ। ਇਹ ਡਾਕਟਰ ਤੇ ਇੰਜੀਨੀਅਰ ਤੋਂ ਇਲਾਵਾ ਹੋਰ ਕੀ ਕੁਝ ਹੈ? ਇਸ ਵਾਸਤੇ ਮਾਂ-ਬਾਪ ਨੂੰ ਜਾਗਰੂਕ ਕਰਨ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਕਾਲਜਿਸ ਵੱਲੋਂ ਕਮੀ ਹੈ ਤੁਹਾਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ? ਬਿਲਕੁਲ, ਇਹਦੀ ਤਾਂ ਮੈਂ ਆਪ ਵੀ ਭੁਗਤ ਭੋਗੀ ਹਾਂ ਪਰਮਵੀਰ। ਜਦੋਂ ਮੈਂ 10th ਕੀਤੀ, ਮੇਰੇ ਪਾਪਾ ਦਾ ਵੀ ਇਹ ਸੁਪਨਾ ਸੀ ਕਿ ਬੇਟੀ ਨੂੰ ਡਾਕਟਰ ਹੀ ਬਣਾਉਣਾ ਆ, ਔਰ ਮੈਨੂੰ ਹੋਸਟਲ 'ਚ ਭੇਜ ਦਿੱਤਾ ਗਿਆ ਤੇ ਮੇਰਾ ਇੰਟਰਸਟ ਨਹੀਂ ਸੀਗਾ ਮੈਡੀਕਲ ਸਾਇੰਸ ਦੇ ਵਿੱਚ। ਮੈਂ ਲਿਟਰੇਚਰ ਵਾਲਾ ਟੇਸਟ ਰੱਖਦੀ ਸੀਗੀ, ਮੈਂ ਨੋਵਲ ਪੜ੍ਹਦੀ ਸੀ, ਕਹਾਣੀਆਂ ਪੜ੍ਹਦੀ ਸੀ, ਅਖਬਾਰਾਂ ਪੜ੍ਹਦੀ ਸੀ, ਮੈਗਜ਼ੀਨ ਪੜ੍ਹਦੀ ਸੀਗੀ, ਔਰ ਬੜੀ ਮੁਸ਼ਕਿਲ ਜਦੋਂ 2 ਵਾਰੀ ਫੇਲ ਹੋਣ ਤੋਂ ਬਾਅਦ ਦੋ ਟੈਸਟ ਜਿਹੜੇ ਹਾਊਸ ਟੈਸਟ ਹੁੰਦੇ ਉਹਨਾਂ 'ਚੋਂ ਫੇਲ ਹੋਣ ਤੋਂ ਬਾਅਦ ਮੈਂ ਬੜੇ ਮਿੰਨਤਾਂ ਕਰ ਕਰਕੇ ਆਪਣੇ ਸਬਜੈਕਟ ਚੇਂਜ ਕੀਤੇ, ਔਰ ਮੈਂ ਆਰਟਸ 'ਚ ਸ਼ਿਫਟ ਕੀਤੀ, ਔਰ ਉਸ ਤੋਂ ਬਾਅਦ ਮੈਂ ਟੌਪ ਕਰਦੀ ਗਈ, ਯੂਨੀਵਰਸਿਟੀ ਤੱਕ ਮੈਂ ਟੌਪ ਕੀਤਾ। ਔਰ ਮੇਰੇ ਪੇਰੈਂਟਸ ਨੂੰ ਵੀ ਲੱਗਿਆ ਕਿ ਵਾਕਈ ਜ਼ਬਰਦਸਤੀ ਸੀ। ਇਹ ਮੇਰੀ ਸੱਚੀ ਗੁਜ਼ਾਰਿਸ਼ ਹੈ ਪੇਰੈਂਟਸ ਦੇ ਅੱਗੇ ਕਿ ਬੱਚਿਆਂ ਨਾਲ ਜ਼ਬਰਦਸਤੀ ਕਦੀ ਨਾ ਕਰੋ। ਹਰ ਫੀਲਡ ਦੇ ਵਿੱਚ ਕਾਮਯਾਬੀ ਮਿਲ ਸਕਦੀ ਹੈ ਬਸ਼ਰਤੇ ਕਿ ਤੁਸੀਂ ਉਸ ਫੀਲਡ ਦੇ ਮਾਹਰ ਹੋਵੋ। ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਂਦੀ ਹੈ, ਔਰ ਮਿਹਨਤ ਕਰਕੇ ਤੁਸੀਂ ਆਪਣਾ ਹਰ ਸੁਪਨਾ ਸਾਕਾਰ ਕਰ ਸਕਦੇ ਹੋ। ਮੈਂ ਵੀ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਹੀ ਕਹਿੰਦੀ ਹਾਂ ਕਿ ਤੁਹਾਡੇ ਪੇਰੈਂਟਸ ਨੇ ਬੜੇ ਵੱਡੇ ਵੱਡੇ ਸੁਪਨੇ ਤੁਹਾਡੇ ਲਈ ਲਏ ਆ, ਔਰ ਬੜੇ ਔਖੇ ਹੋ ਕੇ ਤੁਹਾਨੂੰ ਪੜ੍ਹਾ ਰਹੇ ਆ। ਇਸ ਕਰਕੇ ਕਦੀ ਵੀ ਉਹਨਾਂ ਦੇ ਸੁਪਨੇ ਜਿਹੜੇ ਹੈ ਉਹਨਾਂ ਨੂੰ ਚੂਰ ਚੂਰ ਨਾ ਕਰਨਾ, ਮਿਹਨਤ ਕਰਨਾ। ਔਰ ਤੁਸੀਂ ਬੇਸ਼ੱਕ ਕਿਸੇ ਫੀਲਡ 'ਚ ਵੀ ਚਲੇ ਜਾਓ, ਜੇ ਤੁਹਾਡੇ ਹੱਥ 'ਚ ਸ਼ਫਾ ਹੈ, ਜੇ ਤੁਸੀਂ ਮਿਹਨਤ ਦੇ ਨਾਲ ਪੜ੍ਹ ਰਹੇ ਹੋ ਤੇ ਤੁਹਾਨੂੰ ਜ਼ਰੂਰ ਹੀ ਕਾਮਯਾਬੀ ਮਿਲੇਗੀ। ਜ਼ਰੂਰੀ ਨਹੀਂ ਹੈ ਕਿ ਡਾਕਟਰ, ਇੰਜੀਨੀਅਰ, ਵਕੀਲ ਬਣ ਕੇ ਹੀ ਕਾਮਯਾਬ ਹੋਣਾ ਆ। ਤੁਸੀਂ ਕੁਝ ਵੀ ਕਰਕੇ ਕਿਸੇ ਵੀ ਫੀਲਡ 'ਚ ਜਾ ਕੇ ਕਾਮਯਾਬੀ ਹਾਸਲ ਕਰ ਸਕਦੇ ਹੋ। ਜੀ, ਤੇ ਜਾਂਦੇ ਜਾਂਦੇ ਸਾਡੀਆਂ ਜਿਹੜੀਆਂ ਬੇਟੀਆਂ ਦੇਖ ਰਹੀਆਂ ਨੇ ਪ੍ਰੋਗਰਾਮ, ਕਿਉਂਕਿ ਆਪਾਂ ਸਟਾਰਟ ਦੇ ਵਿੱਚ ਹੀ ਕਹਿਤਾ ਸੀ ਕਿ ਲੜਕੀਆਂ ਦੇ ਲਈ ਅੱਜ ਦਾ ਪ੍ਰੋਗਰਾਮ ਬਹੁਤ ਲਾਹੇਵੰਦ ਹੋਏਗਾ, ਤੇ ਕੀ ਟਿਪਸ ਦੇਣਾ ਚਾਹੁੰਦੇ ਹੋ ਸਾਡੀਆਂ ਬੇਟੀਆਂ ਨੂੰ? ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਕਹਾਂਗੀ ਸਾਰੀਆਂ ਔਰਤਾਂ ਨੂੰ ਕਿ ਆਪਣੀਆਂ ਧੀਆਂ ਨੂੰ ਧੀਆਂ ਵਾਂਗ ਹੀ ਪਾਲੋ। ਮੈਂ ਬਹੁਤ ਵਾਰੀ ਸੁਣਦੀ ਹਾਂ, ਬਹੁਤ ਸਾਰੇ ਲੋਕ ਕਹਿੰਦੇ ਅਸੀਂ ਆਪਣੀਆਂ ਧੀਆਂ ਨੂੰ ਪੁੱਤਾਂ ਵਾਂਗ ਪਾਲਿਆ। ਮੈਂ ਇਹੀ ਕਹਿੰਦੀ ਹਾਂ, ਮੈਂ ਆਪਣੀਆਂ ਧੀਆਂ ਨੂੰ ਵੀ ਔਰ ਆਪਣੇ ਕਾਲਜ ਦੀਆਂ ਧੀਆਂ ਨੂੰ ਧੀਆਂ ਵਾਂਗ ਹੀ ਪਾਲ ਰਹੀ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਇੱਕ ਧੀ ਦੇ ਗੁਣ ਜਿਹੜੇ ਹੈ, ਇੱਕ ਜਿਹੜੀ ਸਾਡੇ ਅੰਦਰ ਦੀ ਕੋਮਲਤਾ ਹੈ, ਸਾਡੇ ਅੰਦਰ ਦੀ ਸੰਵੇਦਨਸ਼ੀਲਤਾ ਹੈ, ਸਾਡੇ ਅੰਦਰ ਦੀ ਜਿਹੜੀ ਦੂਸਰਿਆਂ ਦੇ ਕੰਮ ਆਉਣ ਦੀ ਭਾਵਨਾ ਹੈ, ਉਹ ਮਰਨੀ ਨਹੀਂ ਚਾਹੀਦੀ। ਉਹ ਔਰਤ ਦੀ ਜਿਹੜੀ ਫਿਤਰਤ ਹੈ ਉਸ ਦੀ ਵੀ ਕਾਇਮ ਰਹਿਣੀ ਚਾਹੀਦੀ ਹੈ। ਔਰ ਦੂਸਰਾ ਮੈਂ ਇਹ ਕਹਾਂਗੀ ਸਾਰੀਆਂ ਮਾਵਾਂ ਨੂੰ ਕਿ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਕੇ ਵੀ ਸਿਰਫ ਵਿਆਹ ਦੇ ਮਸਲੇ ਨਾਲ ਨਹੀਂ, ਉਹਨਾਂ ਨੂੰ ਆਰਥਿਕ ਤੌਰ ਤੇ ਸਵੈ ਨਿਰਭਰ ਕਰਨਾ ਅੱਜ ਬਹੁਤ ਜ਼ਰੂਰੀ ਹੈ। ਇੱਕ ਗੁਜ਼ਾਰਿਸ਼ ਮੈਂ ਹੋਰ ਕਰਾਂਗੀ ਕਿ ਜਿੱਥੇ ਅਸੀਂ ਆਪਣੀਆਂ ਧੀਆਂ ਲਈ ਫਿਕਰਮੰਦ ਹੁੰਨੇ ਆ, ਉਹਨਾਂ ਨੂੰ ਖੁਦ ਮੁਖਤਿਆਰੀ ਦਿਓ, ਉਹਨਾਂ ਨੂੰ ਆਪਣੇ ਫੈਸਲੇ ਆਪ ਕਰਨ ਦੇ ਸਮਰੱਥ ਬਣਾਓ, ਤੇ ਨਾਲ ਦੀ ਨਾਲ ਜਿੱਥੇ ਧੀ ਬਚਾਓ ਧੀ ਪੜਾਓ ਦਾ ਨਾਰਾ ਲਾਉਂਦੇ ਆ, ਆਪਣੇ ਪੁੱਤਾਂ ਨੂੰ ਵੀ ਸਮਝਾਓ। ਅੱਜ ਔਰਤ ਦੀ ਇੱਜ਼ਤ, ਔਰਤ ਦੀ ਆਬਰੂ ਤਾਂ ਹੀ ਸੁਰੱਖਿਅਤ ਰਹਿ ਸਕਦੀ ਹੈ ਜੇ ਸਾਡੇ ਪੁੱਤਰ ਵੀ ਸੱਭਿਅਕ ਬਣਨ। ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ। ਆਪਣੇ ਪੁੱਤਾਂ ਦੀ ਵੀ ਉਸੇ ਤਰ੍ਹਾਂ ਰਾਖੀ, ਜਿੱਦਾਂ ਅਸੀਂ ਫਿਕਰਮੰਦ ਹੁੰਨੇ ਆ ਆਪਣੀ ਧੀ ਦੇ ਸ਼ਾਮ ਨੂੰ ਘਰੋਂ ਬਾਹਰ ਗਈ, ਤੇ ਉਦਾਂ ਦੀ ਫਿਕਰਮੰਦੀ ਸਾਨੂੰ ਆਪਣੇ ਪੁੱਤਾਂ ਲਈ ਵੀ ਜ਼ਾਹਰ ਕਰਨੀ ਚਾਹੀਦੀ ਹੈ।
ਔਰ ਇੱਕ ਸੋਹਣਾ ਸੁਨੱਖਾ ਸਮਾਜ ਸਿਰਜਣ ਦਾ ਅਹਿਦ ਕਰਨਾ ਚਾਹੀਦਾ ਆ, ਜਿੱਥੇ ਔਰਤ ਨੂੰ ਸਿਰਫ ਔਰਤ ਨਾ ਸਮਝਿਆ ਜਾਏ, ਉਹਨੂੰ ਇੱਕ ਇਨਸਾਨ, ਸੰਪੂਰਨ ਇਨਸਾਨ ਸਮਝਿਆ ਜਾਏ। ਕਿਉਂਕਿ ਮੇਰਾ ਤਾਂ ਨਾਰਾ ਹੀ ਇਹ ਹੈ ਕਿ ਨਾ ਮਰਦ ਪ੍ਰਧਾਨ ਸਮਾਜ, ਨਾ ਔਰਤ ਪ੍ਰਧਾਨ ਸਮਾਜ, ਇਨਸਾਨੀਅਤ ਪ੍ਰਧਾਨ ਸਮਾਜ ਦੀ ਅਸੀਂ ਮੰਗ ਕਰਦੇ। ਬੜੇ ਸੋਹਣੇ ਨਾਰੇ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਆਪਾਂ ਵਾਈਂਡ ਅਪ ਕਰ ਰਹੇ ਹਾਂ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਦਰਸ਼ਕੋ, ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ। ਕੁੜੀ